ਸਤਿ ਸ਼੍ਰੀ ਅਕਾਲ ਸਟੂਡੈਂਟਸ। ਆਪਾਂ ਇਲੈਕਟ੍ਰੀਕਲ ਮੇਅਰਿੰਗ ਇੰਸਟਰੂਮੈਂਟ ਐਂਡ ਇੰਸਟਰੂਮੈਂਟੇਸ਼ਨ ਦਾ ਵਾਟਮੀਟਰ ਵਾਲਾ ਚੈਪਟਰ ਜਿਹੜਾ ਅਸੀਂ ਸਟੱਡੀ ਕਰਦੇ ਪਏ ਸੀ। ਸੋ ਵਾਟਮੀਟਰ ਦੇ ਬਾਰੇ ਤੁਹਾਨੂੰ ਦੱਸਿਆ ਸੀਗਾ ਕਿ ਵਾਟਮੀਟਰ ਜਿਹੜਾ ਹੁੰਦਾ ਉਹ ਆਪਾਂ ਕੀ ਕਰਦੇ ਹਾਂ, ਪਾਵਰ ਨੂੰ ਮੇਅਰ ਕਰਨ ਵਾਸਤੇ ਯੂਜ਼ ਕਰਦੇ ਹਾਂ। ਕਿਉਂਕਿ ਜਿਹੜੀ ਪਾਵਰ ਹੁੰਦੀ ਆ, ਜਿੱਦਾਂ ਵੋਲਟੇਜ ਮੇਅਰ ਕਰਨੀ ਤਾਂ ਆਪਾਂ 1 ਮੀਟਰ ਲਾ ਕੇ ਆਪਾਂ ਮੇਅਰ ਕਰ ਲਈ ਵੋਲਟਮੀਟਰ ਨਾਲ। ਕਰੰਟ ਮੇਅਰ ਕਰਨਾ ਆ ਉਹ ਆਪਾਂ ਐਂਪੀਅਰ ਮੀਟਰ ਲਾ ਕੇ ਕਰੰਟ ਮੇਅਰ ਕਰ ਲਿਆ। ਬਟ ਜਿਹੜੀ ਪਾਵਰ ਹੁੰਦੀ ਆ ਉਹ ਕੀ ਹੁੰਦੀ ਆ, ਉਹ ਪ੍ਰੋਡਕਟ ਹੁੰਦੀ ਆ ਵੋਲਟੇਜ ਦਾ, ਕਰੰਟ ਦਾ ਅਤੇ AC ਦੇ ਕੇਸ 'ਚ ਪਾਵਰ ਫੈਕਟਰ ਦਾ ਵੀ। ਠੀਕ ਆ। ਸੋ ਇਹਦੇ ਵਾਸਤੇ ਕੀ ਆਪਾਂ ਨੂੰ 3 ਮੀਟਰ ਦੀ ਲੋੜ ਪੈਣੀ ਆ, ਜਿਹੜੀ ਜਿਹਦੇ ਵਿੱਚੋਂ ਇੱਕ ਆਪਣਾ ਵੋਲਟੇਜ ਮੇਅਰ ਕਰੂਗਾ, ਸੈਕਿੰਡ ਆਪਣਾ ਕਰੰਟ ਮੇਅਰ ਕਰੂਗਾ ਅਤੇ ਥਰਡ ਆਪਣਾ ਪਾਵਰ ਫੈਕਟਰ ਮੇਅਰ ਕਰੂਗਾ। ਸੋ ਜਿਹਦੇ ਨਾਲ ਕੀ ਆ ਆਪਣੇ ਕੋਲ ਐਰਰਸ ਆਉਣ ਦੇ ਚਾਂਸਸ ਜਿਹੜੇ ਹੁੰਦੇ ਆ ਇੰਸਟਰੂਮੈਂਟ ਦੇ ਵਿੱਚ ਕਾਫੀ ਹੁੰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇਲੀਮੀਨੇਟ ਕਰਨ ਵਾਸਤੇ ਆਪਾਂ ਕੀ ਆ 1 ਮੀਟਰ ਸਿੰਗਲ ਮੀਟਰ ਬਣਾਇਆ ਸੀ, ਜਿਹਨੂੰ ਆਪਾਂ ਨਾਮ ਦਿੱਤਾ ਵਾਟਮੀਟਰ ਦਾ, ਜਿਹੜਾ ਕੀ ਆ ਵਾਟੇਜ ਮੇਅਰ ਕਰਦਾ ਸੀ। ਸੋ ਇਹ ਸਾਰੇ ਟੌਪਿਕ ਜਿਹੜੇ ਸੀ ਸਟੱਡੀ ਕਰ ਲਏ ਸੀ। ਜਿਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਡਾਇਨਾਮੋਮੀਟਰ ਟਾਈਪ ਇੰਸਟਰੂਮੈਂਟ ਸਟੱਡੀ ਕੀਤਾ ਸੀ। ਮੂਵਿੰਗ ਕੋਇਲ ਇੰਸਟਰੂਮੈਂਟ ਹੀ ਹੁੰਦਾ ਇੱਕ ਤਰ੍ਹਾਂ ਦਾ, ਬਸ ਇਹਦੇ ਵਿੱਚ ਪਰਮਾਨੈਂਟ ਮੈਗਨੇਟ ਨੂੰ ਆਪਾਂ ਕੀ ਕੀਤਾ ਹੁੰਦਾ, 2 ਫਿਕਸਡ ਕੋਇਲ ਦੇ ਨਾਲ ਕੀਤਾ ਹੁੰਦਾ। ਇਹ ਤੁਸੀਂ ਲਾਸਟ ਲੈਕਚਰ ਸਟੱਡੀ ਕਰ ਲਿਓ, ਜੇ ਤੁਹਾਨੂੰ ਨਾ ਪਤਾ ਲੱਗਾ ਹੋਵੇ ਤਾਂ ਲੈਕਚਰ ਪਿਆ ਹੋਇਆ ਹੈ ਵੀ। ਸੋ ਅੱਜ ਜਿਹੜਾ ਆਪਾਂ ਟੌਪਿਕ ਸਟੱਡੀ ਕਰਨਾ ਆ ਉਹ ਇੰਡਕਸ਼ਨ ਟਾਈਪ ਵਾਟਮੀਟਰ। ਸੋ ਨੋਰਮਲ ਤਾਂ ਆਪਾਂ ਡਾਇਨਾਮੋਮੀਟਰ ਟਾਈਪ ਪੜ੍ਹੇ ਸੀਗੇ। ਡਾਇਨਾਮੋਮੀਟਰ ਟਾਈਪ ਕੀ ਸੀਗਾ, AC ਸਪਲਾਈ 'ਤੇ ਵੀ ਵਰਕ ਕਰਦੇ ਸੀਗੇ ਅਤੇ DC ਸਪਲਾਈ 'ਤੇ ਵੀ ਵਰਕ ਕਰਦੇ ਸੀ। ਬਟ ਜਿਹੜਾ ਇੰਡਕਸ਼ਨ ਟਾਈਪ ਵਾਟਮੀਟਰ ਆ, ਹੁਣ ਨਾਮ ਕੀ ਹੈ ਇਹਦਾ, ਇੰਡਕਸ਼ਨ, ਯਾਨੀ ਕਿ ਇਹਦੇ ਵਿੱਚ ਕੀ ਹੈ ਇੰਡਕਸ਼ਨ ਦਾ ਫਿਨੋਮੀਨਾ ਨੂੰ ਆਪਾਂ ਕੀ ਹੈ ਯੂਟੀਲਾਈਜ਼ ਕੀਤਾ ਹੋਇਆ ਆਪਣੇ ਪਾਵਰ ਨੂੰ ਮੇਅਰ ਕਰਨ ਵਾਸਤੇ। ਸੋ ਇੰਡਕਸ਼ਨ ਟਾਈਪ ਇੰਸਟਰੂਮੈਂਟ ਜਿਹੜੇ ਹੁੰਦੇ ਆ ਇਹ ਸਿਰਫ ਅਤੇ ਸਿਰਫ AC ਸਪਲਾਈ 'ਤੇ ਹੀ ਵਰਕ ਕਰਦੇ ਆ, ਚਾਹੇ ਉਹ ਇੰਡਕਸ਼ਨ ਟਾਈਪ ਵਾਟਮੀਟਰ ਆ, ਚਾਹੇ ਉਹ ਇੰਡਕਸ਼ਨ ਟਾਈਪ ਐਨਰਜੀ ਮੀਟਰ ਆ। ਦੋਨਾਂ ਦੇ ਕੇਸ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਆਪਣੇ ਇਹ ਵਾਲੇ ਇੰਸਟਰੂਮੈਂਟਸ ਹੁੰਦੇ ਆ, ਇੰਡਕਸ਼ਨ ਟਾਈਪ ਇੰਸਟਰੂਮੈਂਟਸ ਹੁੰਦੇ ਆ ਜਿੰਨੇ ਵੀ, ਇਹ ਸਾਰੇ AC ਸਪਲਾਈ 'ਤੇ ਹੀ ਵਰਕ ਕਰਦੇ ਆ, ਹਮੇਸ਼ਾ ਯਾਦ ਰੱਖਿਓ। ਬਿਕੋਜ਼ ਅੱਗੇ ਆਪਾਂ ਐਨਰਜੀ ਮੀਟਰ ਵੀ ਪੜ੍ਹਨਾ। ਸੋ ਇਹ ਜਿਹੜਾ ਇੰਡਕਸ਼ਨ ਟਾਈਪ ਵਾਟਮੀਟਰ ਆ ਅਤੇ ਐਨਰਜੀ ਮੀਟਰ, ਇਹ ਦੋਨੋਂ ਆਲਮੋਸਟ ਜਿਹੜੇ ਆ ਸੇਮ ਹੀ ਆ, ਇਹਨਾਂ ਦੀ ਵਰਕਿੰਗ ਥੋੜ੍ਹਾ ਹੀ ਫਰਕ ਆ ਵਰਕਿੰਗ ਦੇ ਵਿੱਚ। ਸੋ ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਸਟੱਡੀ ਕਰਨਾ ਆਪਾਂ। ਉਸ ਤੋਂ ਬਾਅਦ 'ਚ ਅੱਗੇ ਅਗਲਾ ਚੈਪਟਰ ਹੀ ਆਪਾਂ ਐਨਰਜੀ ਮੀਟਰ ਦਾ ਵੀ ਕਰਨਾ, ਉਹ 'ਚ ਵੀ ਸੇਮ ਹੀ ਚੀਜ਼ ਪੜ੍ਹਨੀ ਹੈ। ਸੋ ਇਹ ਜਿਹੜੇ ਇੰਸਟਰੂਮੈਂਟਸ ਹੁੰਦੇ ਆ ਇਹਨੂੰ ਆਪਾਂ ਐਂਪੀਅਰ ਮੀਟਰ, ਵੋਲਟ ਮੀਟਰ ਜਾਂ ਵਾਟ ਮੀਟਰ ਤਿੰਨਾਂ ਦੀ ਤਰ੍ਹਾਂ ਹੀ ਆਪਾਂ ਯੂਜ਼ ਕਰ ਸਕਦੇ ਹਾਂ। ਬਟ ਜਿਹੜਾ ਇਹ ਯੂਜ਼ ਹੁੰਦਾ ਇੰਡਕਸ਼ਨ ਟਾਈਪ ਵਾਟ ਮੀਟਰ, ਇਹ ਕਾਫੀ ਜਗ੍ਹਾ ਦੇ ਉੱਪਰ ਯੂਜ਼ ਹੁੰਦਾ। ਜਿੱਦਾਂ ਤੁਹਾਨੂੰ ਦੱਸਿਆ ਹੀ ਆ ਕਿ ਜਿੱਥੇ ਆਪਾਂ ਵਾਟ ਮੀਟਰ ਯਾਨੀ ਕਿ ਵਾਟੇਜ ਮੇਅਰ ਕਰਨੀ ਹੋਵੇ, ਐਨਰਜੀ ਮੇਅਰ ਕਰਨੀ ਹੋਵੇ, ਉੱਥੇ ਵੀ ਆਪਾਂ ਇਹਨੂੰ ਯੂਜ਼ ਕਰ ਲੈਂਦੇ ਹਾਂ। ਅਤੇ ਜਿੱਥੇ ਆਪਾਂ ਟੋਟਲ ਪਾਵਰ ਮੇਅਰ ਕਰਨੀ ਹੋਵੇ ਉੱਥੇ ਵੀ ਆਪਾਂ ਇਹਨੂੰ ਕੀ ਆ ਯੂਜ਼ ਕਰ ਲੈਂਦੇ ਹਾਂ। ਠੀਕ ਆ। ਵਾਟੇਜ ਕਰਨੀ ਹੋਵੇ ਵਾਟਮੀਟਰ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹਾਂ, ਅਤੇ ਇਹਨੂੰ ਆਪਾਂ ਕੀ ਆ ਐਨਰਜੀ ਮੀਟਰ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ। ਵਾਟਮੀਟਰ ਐਨਰਜੀ ਮੀਟਰ ਦੋਨਾਂ 'ਚ ਡਿਫਰੈਂਸ ਹੁੰਦਾ। ਜਿਹੜਾ ਵਾਟਮੀਟਰ ਹੁੰਦਾ ਉਹ ਕੀ ਕਰਦਾ, ਆਪਾਂ ਨੂੰ ਕਰੰਟ ਰੀਡਿੰਗ ਦਿਖਾਉਂਦਾ ਵੀ ਕਰੰਟ ਪਾਵਰ ਕਿੰਨੀ ਡਿਲੀਵਰ ਹੋ ਰਹੀ ਹੈ। ਮੰਨ ਲਓ ਆਪਾਂ ਸਰਕਟ ਦੇ ਵਿੱਚ ਵਾਟਮੀਟਰ ਨੂੰ ਲਗਾਇਆ ਆ, ਤਾਂ ਉਸ ਟਾਈਮ ਕੀ ਆ ਉਹ ਕਰੰਟ ਵੈਲਿਊ ਜਿਹੜੀ ਆ, ਇੰਸਟੈਂਟੇਨੀਅਸ ਵੈਲਿਊ ਜਿਹੜੀ ਆ ਉਹ ਦੱਸੂਗਾ ਕਿ ਇਸ ਟਾਈਮ ਆਪਣਾ ਜਿਹੜਾ ਆ ਉਹ ਅੱਗੇ ਜਿਹੜਾ ਘਰ ਦਾ ਮੰਨ ਲਓ ਵਾਟਮੀਟਰ ਆ ਅਤੇ ਘਰ ਦੇ ਵਿੱਚ ਲੋਡ ਜਿਹੜਾ ਉਹ 2 ਕਿਲੋਵਾਟ ਚੱਲ ਰਿਹਾ ਜਾਂ 3 ਕਿਲੋਵਾਟ ਚੱਲ ਰਿਹਾ। ਬਟ ਜਿਹੜਾ ਐਨਰਜੀ ਮੀਟਰ ਹੁੰਦਾ ਆ, ਐਨਰਜੀ ਮੀਟਰ ਆਪਾਂ ਨੂੰ ਟੋਟਲ ਰੀਡਿੰਗ ਦੱਸਦਾ ਆ, ਪੁਰਾਣੀ ਰੀਡਿੰਗ ਵੀ ਦੱਸਦਾ ਆ। ਠੀਕ ਆ, ਵੀ ਪਹਿਲਾਂ ਕਿੰਨੀਆਂ ਯੂਨਿਟਸ ਚੱਲੀਆਂ ਸੀ, ਹੁਣ ਕਿੰਨੀਆਂ ਯੂਨਿਟਸ ਜਿਹੜੀਆਂ ਹੁਣ ਤੱਕ ਚੱਲ ਗਈਆਂ, ਯਾਨੀ ਕਿ ਉਹ ਰਿਕਾਰਡ ਕਰਦਾ ਰਹਿੰਦਾ। ਜਿਹੜਾ ਐਨਰਜੀ ਮੀਟਰ ਹੁੰਦਾ ਨਾ ਉਹ ਰੀਡਿੰਗ ਨੂੰ ਰਿਕਾਰਡ ਕਰਦਾ ਰਹਿੰਦਾ। ਬਟ ਜਿਹੜਾ ਵਾਟਮੀਟਰ ਹੁੰਦਾ ਇਹ ਰੀਡਿੰਗ ਨੂੰ ਰਿਕਾਰਡ ਨਹੀਂ ਕਰਦਾ, ਇਹ ਆਪਾਂ ਨੂੰ ਕਰੰਟ ਵੈਲਿਊ ਹੀ ਦੱਸਦਾ ਵੀ ਕਰੰਟ ਯਾਨੀ ਕਿ ਹੁਣ ਦੀ ਵੈਲਿਊ ਜਿਹੜੀ ਆ ਉਹ ਕੀ ਵੈਲਿਊ ਆ ਆਪਣੇ ਕੋਲ ਉਹਦੀ ਪਾਵਰ ਦੀ। ਸੋ ਇਹ ਕਨਫਿਊਜ਼ ਨਹੀਂ ਹੋਣਾ ਦੋਨਾਂ ਚੀਜ਼ਾਂ 'ਚ। ਵਾਟਮੀਟਰ ਅਤੇ ਐਨਰਜੀ ਮੀਟਰ ਦੋਨੋਂ ਅਲੱਗ-ਅਲੱਗ ਚੀਜ਼ਾਂ ਹੁੰਦੀਆਂ। ਵੈਸੇ ਵੀ ਵਾਟਮੀਟਰ ਜਿਹੜਾ ਹੁੰਦਾ ਇੰਡੀਕੇਟਿੰਗ ਇੰਸਟਰੂਮੈਂਟਸ ਹੁੰਦਾ, ਜਿਹੜਾ ਆਪਾਂ ਨੂੰ ਇੰਡੀਕੇਟ ਕਰਕੇ ਦੱਸਦਾ ਕਿ ਇੰਨੀ ਵੈਲਿਊ ਆ ਆਪਣੇ ਇਹਦੀ ਵੋਲਟੇਜ ਦੀ ਜਾਂ ਕਰੰਟ ਦੀ ਜਾਂ ਪਾਵਰ ਦੀ। ਬਟ ਜਿਹੜਾ ਐਨਰਜੀ ਮੀਟਰ ਹੁੰਦਾ ਇਹ ਇੰਟੈਗਰੇਟਿੰਗ ਇੰਸਟਰੂਮੈਂਟਸ ਹੁੰਦਾ, ਇਹ ਆਪਾਂ ਨੂੰ ਕੀ ਕਰਦਾ, ਇਹ ਟੋਟਲ ਵੈਲਿਊ ਵੀ ਆਪਾਂ ਨੂੰ ਨਾਲ ਦੇ ਨਾਲ ਦੱਸਦਾ। ਸੋ ਬੈਕ ਟੂ ਟੋਪਿਕ, ਇੰਡਕਸ਼ਨ ਟਾਈਪ ਵਾਟਮੀਟਰ ਦਾ ਪ੍ਰਿੰਸੀਪਲ ਕੀ ਆ। ਬੇਸਿਕ ਪ੍ਰਿੰਸੀਪਲ ਜਿਹੜਾ ਇੰਡਕਸ਼ਨ ਟਾਈਪ ਵਾਟਮੀਟਰ ਦਾ ਉਹ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਹੀ ਆ। ਠੀਕ ਆ। ਵੀ ਜਦੋਂ ਵੀ ਆਪਾਂ ਅਲਟਰਨੇਟਿੰਗ ਕਰੰਟ ਜਿਹੜਾ ਉਹਨੂੰ ਫਲੋ ਕਰਵਾਉਂਦੇ ਹਾਂ ਕੋਇਲਸ ਦੇ ਵਿੱਚੋਂ, ਤਾਂ ਉੱਥੇ ਕੀ ਹੁੰਦਾ ਆ, ਰੋਟੇਟਿੰਗ ਮੈਗਨੈਟਿਕ ਫੀਲਡ ਪ੍ਰੋਡਿਊਸ ਹੋ ਜਾਂਦਾ। ਠੀਕ। ਸੋ ਉਹ ਜਿਹੜਾ ਰੋਟੇਟਿੰਗ ਮੈਗਨੈਟਿਕ ਫੀਲਡ ਹੁੰਦਾ ਆ, ਜਦੋਂ ਮੈਟੈਲਿਕ ਡਿਸਕ ਦੇ ਨਾਲ ਲਿੰਕ ਕਰਦਾ ਆ, ਜਿਹਨੂੰ ਆਪਾਂ ਕੋਇਲਸ ਦੇ ਵਿੱਚ ਰੱਖਿਆ ਹੋਇਆ। ਠੀਕ ਆ। ਸੋ ਇਹਦੇ ਵਿੱਚ ਹੁੰਦਾ ਕੀ ਆ, ਬੇਸਿਕਲੀ ਅੱਗੇ ਡਾਇਗਰਾਮ ਵੀ ਤੁਹਾਨੂੰ ਮੈਂ ਦਿਖਾਉਣਾ। ਆ ਦੇਖੋ 2 ਕੋਇਲਸ ਆ, 2 ਕੋਇਲਸ ਦੇ ਵਿੱਚ ਆਪਾਂ ਕੀ ਕੀਤਾ ਹੁੰਦਾ, ਇੱਕ ਡਿਸਕ ਨੂੰ ਲਗਾਇਆ ਹੁੰਦਾ। ਸੋ ਜਦੋਂ ਆਪਾਂ ਸਪਲਾਈ ਦਿੰਦੇ ਹਾਂ, ਇਹਦੇ ਵਿੱਚ ਵੀ ਆਪਣੇ ਕੋਲ ਕੀ ਆ ਫਲਕਸ ਪ੍ਰੋਡਿਊਸ ਹੋ ਜਾਂਦਾ, ਇਹਦੇ ਵਿੱਚ ਵੀ ਫਲਕਸ ਪ੍ਰੋਡਿਊਸ ਹੁੰਦਾ, ਦੋਨਾਂ ਦਾ ਅਲੱਗ-ਅਲੱਗ ਫੀਲਡ ਹੁੰਦਾ। ਸੋ ਇੱਥੇ ਕੀ ਆ ਫਲਕਸ ਦਾ ਡਿਫਰੈਂਸ ਆ ਜਾਂਦਾ, ਅਲੱਗ-ਅਲੱਗ ਫਲਕਸ ਪ੍ਰੋਡਿਊਸ ਹੋਣ ਕਰਕੇ ਕੀ ਆ ਮੇਰੇ ਕੋਲ ਜਿਹੜੀ ਸੈਂਟਰ ਦੇ ਵਿੱਚ ਡਿਸਕ ਲੱਗੀ ਆ ਨਾ, ਇਹਦੇ ਵਿੱਚ ਟਾਰਕ ਪ੍ਰੋਡਿਊਸ ਹੋ ਜਾਂਦਾ ਅਤੇ ਇਹ ਰੋਟੇਟ ਹੋਣ ਲੱਗ ਪੈਂਦਾ, ਕਿਉਂਕਿ ਫਲਕਸ ਦਾ ਡਿਫਰੈਂਸ ਆ ਗਿਆ ਨਾ ਉੱਥੇ। ਸੋ ਜਿਹੜੀ ਆਪਣੇ ਕੋਲ ਡਿਸਕ ਹੁੰਦੀ ਰੋਟੇਟ ਹੋਣ ਲੱਗ ਪੈਂਦੀ, ਇਹੀ ਇੱਥੇ ਆਪਾਂ ਦੱਸਿਆ ਹੋਇਆ। ਸੋ ਦ ਬੇਸਿਕ ਪ੍ਰਿੰਸੀਪਲ ਆਫ ਇੰਡਕਸ਼ਨ ਟਾਈਪ ਵਾਟਮੀਟਰ ਇਜ਼ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ
when alternating current flows through suitably located coils, they produce rotating magnetic field which is cut by metallic disc suspended between the coil। यानी कि दो ਕੋਇਲਾਂ ਨੂੰ ਜਦੋਂ ਆਪਾਂ ਸਪਲਾਈ ਦਿੰਦੇ ਹਾਂ ਆਲਟਰਨੇਟਿੰਗ ਕਰੰਟ ਤਾਂ ਉਹਦਾ ਮੈਗਨੈਟਿਕ ਫੀਲਡ ਵੀ ਆਲਟਰਨੇਟਿੰਗ ਹੀ ਪ੍ਰੋਡਿਊਸ ਹੋਣਾ। ਜਿਹੜਾ ਉਹ ਫੀਲਡ ਹੁੰਦਾ ਉਹ ਜਾ ਕੇ ਮੈਟੈਲਿਕ ਡਿਸਕ ਨੂੰ ਕੱਟਦਾ ਆ, ਜਿਹੜੀ ਕੀ ਕੀਤੀ ਹੁੰਦੀ ਕੋਇਲਾਂ ਦੇ ਵਿੱਚ ਲੱਗੀ ਹੁੰਦੀ। ਸੋ ਉਹਦੇ ਨਾਲ ਕੀ ਹੁੰਦਾ, EMF ਇੰਡਿਊਸ ਹੋ ਜਾਂਦੀ ਹੈ ਡਿਸਕ ਦੇ ਵਿੱਚ। ਉਹ ਜਿਹੜੀ EMF ਡਿਸਕ ਦੇ ਵਿੱਚ ਇੰਡਿਊਸ ਹੋਈ ਆ ਉਹਨੇ ਕੀ ਕਰਨਾ ਹੁੰਦਾ, ਐਡੀ ਕਰੰਟ ਜਿਹੜਾ ਹੁੰਦਾ ਡਿਸਕ ਦੇ ਵਿੱਚ ਬਣਾ ਦੇਣਾ ਹੁੰਦਾ। ਸੋ ਐਡੀ ਕਰੰਟ ਜਿਹੜਾ ਹੁੰਦਾ ਡਿਸਕ ਦੇ ਵਿੱਚ ਫਲੋ ਕਰਦਾ ਰਹਿੰਦਾ, ਇੱਕੋ ਜਗ੍ਹਾ ਦੇ ਉੱਪਰ ਕਰੰਟ ਜਿਹੜਾ ਹੁੰਦਾ ਫਲੋ ਕਰਦਾ ਰਹਿੰਦਾ, ਠੀਕ ਹੈ। ਸੋ ਜਿਹੜਾ ਉਹ ਰੋਟੇਟਿੰਗ ਮੈਗਨੈਟਿਕ ਫੀਲਡ ਆ ਆਪਣਾ, ਜਿਹੜਾ ਦੋ ਮੈਗਨੇਟਸ ਨੇ ਬਣਾਇਆ ਆ ਆਪਣੇ ਕੋਲ ਜਾਂ ਦੋ ਕੋਇਲਸ ਨੇ ਬਣਾਇਆ ਆ, ਅਤੇ ਜਿਹੜਾ ਐਡੀ ਕਰੰਟ ਆ, ਠੀਕ ਹੈ, ਦੁਬਾਰਾ ਰਿਪੀਟ ਕਰ ਰਿਹਾ, ਬਾਏ ਦਾ ਇੰਟਰੈਕਸ਼ਨ ਆਫ, ਯਾਨੀ ਕਿ ਜਿਹੜਾ ਆਪਣਾ ਇੰਟਰੈਕਸ਼ਨ ਹੁੰਦੀ ਹੈ ਜਿਹੜੀ ਰੋਟੇਟਿੰਗ ਮੈਗਨੈਟਿਕ ਫੀਲਡ ਦੀ, ਜਿਹੜਾ ਮੈਗਨੇਟਸ ਨੇ ਬਣਾਇਆ ਆ ਜਾਂ ਕੋਇਲਸ ਨੇ ਬਣਾਇਆ, ਅਤੇ ਐਡੀ ਕਰੰਟ ਦੀ, ਠੀਕ ਹੈ, ਜਿਹੜਾ ਕਿ ਪ੍ਰੋਡਿਊਸ ਹੋਇਆ ਡਿਸਕ ਦੇ ਵਿੱਚ, ਠੀਕ ਆ। ਉਹਦੇ ਕਰਕੇ ਕੀ ਹੋਣਾ, ਇਲੈਕਟ੍ਰੋਮੈਗਨੈਟਿਕ ਡਿਫਲੈਕਟਿੰਗ ਟਾਰਕ ਜਿਹੜਾ ਪ੍ਰੋਡਿਊਸ ਹੋਇਆ ਨਾ, ਜਿਹਦੇ ਕਰਕੇ ਡਿਸਕ ਜਿਹੜੀ ਆ ਮੇਰੀ ਰੋਟੇਟ ਹੋਣੀ ਆ। ਸੋ ਵਰਕਿੰਗ ਇਹਦੀ ਜਿਹੜੀ ਆਪਾਂ ਡਿਟੇਲ ਦੇ ਵਿੱਚ ਵੀ ਪੜਾਂਗੇ, ਬਟ ਪ੍ਰਿੰਸੀਪਲ ਬੇਸਿਕ ਇਹੀ ਆ ਕਿ ਦੋ ਕੋਇਲਸ ਹੁੰਦੀਆਂ, ਉਹਨਾਂ ਨੇ ਮੈਗਨੈਟਿਕ ਫੀਲਡ ਬਣਾਉਣਾ, ਠੀਕ ਆ। ਕਿਉਂਕਿ ਜਦੋਂ ਅਲਟਰਨੇਟਿੰਗ ਆਪਾਂ ਉਹਨੂੰ ਸਪਲਾਈ ਦੇਵਾਂਗੇ ਤਾਂ ਅਲਟਰਨੇਟਿੰਗ ਮੈਗਨੈਟਿਕ ਫੀਲਡ ਤਾਂ ਬਣਨਾ ਹੀ ਆ ਉਹਦੇ ਵਿੱਚ। ਸੋ ਉਹਦੇ ਦੋ ਕੋਇਲਸ ਦੇ ਵਿੱਚ ਸੈਂਟਰ ਦੇ ਵਿੱਚ ਆਪਾਂ ਡਿਸਕ ਰੱਖੀ ਹੁੰਦੀ ਆ। ਸੋ ਉਹ ਜੋ ਫੀਲਡ, ਜਦੋਂ ਅਲਟਰਨੇਟਿੰਗ ਫੀਲਡ ਜਿਹੜਾ ਆ ਆਪਣੇ ਸਟੇਸ਼ਨਰੀ ਜਿਹੜੀ ਕੋਇਲ ਆ ਇੱਕ ਹਿਸਾਬ ਦੀ ਜਾਂ ਡਿਸਕ ਆ ਉਹਦੇ ਨਾਲ ਲਿੰਕ ਕਰਦਾ, ਤਾਂ ਉਹਦੇ ਵਿੱਚ ਵੀ ਕੀ ਆ, EMF ਇੰਡਿਊਸ ਹੋ ਜਾਂਦੀ ਆ। ਉਹ ਜਿਹੜੀ EMF ਹੁੰਦੀ ਨਾ, ਉਹ ਆਪਣੇ ਕੋਲ ਕੀ ਕਰਦੀ ਆ, ਐਡੀ ਕਰੰਟ ਪ੍ਰੋਡਿਊਸ ਕਰ ਦਿੰਦੀ ਆ ਡਿਸਕ ਦੇ ਵਿੱਚ। ਸੋ ਉਹ ਜਿਹੜੀ ਐਡੀ ਕਰੰਟ ਪ੍ਰੋਡਿਊਸ ਹੋਇਆ ਆ ਉਹਨੇ ਕੀ ਕਰਨਾ, ਰੋਟੇਟਿੰਗ ਮੈਗਨੈਟਿਕ ਫੀਲਡ ਨੂੰ ਅਪੋਜ਼ ਕਰਨਾ, ਜਿਹਦੇ ਕਰਕੇ ਕੀ ਆ, ਮੇਰੇ ਕੋਲ ਡਿਫਲੈਕਟਿੰਗ ਟਾਰਕ ਪ੍ਰੋਡਿਊਸ ਹੋ ਜਾਣਾ ਅਤੇ ਡਿਸਕ ਮੇਰੀ ਰੋਟੇਟ ਹੋਣੀ। ਸੋ ਇੰਨੀ ਚੀਜ਼ ਪ੍ਰਿੰਸੀਪਲ ਆ ਇਹਦਾ, ਯਾਦ ਰੱਖਿਓ ਇਹਨੂੰ। ਨੈਕਸਟ ਮੇਰੇ ਕੋਲ ਆ ਜਾਂਦੀ ਆ ਕੰਸਟਰਕਸ਼ਨ। ਸੋ ਜਿਹੜਾ ਇੰਡਕਸ਼ਨ ਟਾਈਪ ਵਾਟਮੀਟਰ ਹੁੰਦਾ, ਇਹਦੇ ਵਿੱਚ ਮੇਨ ਜਿਹੜੇ ਪਾਰਟਸ ਹੁੰਦੇ ਆ ਆਪਾਂ ਸਟੱਡੀ ਕਰਨੇ ਆ। ਸਭ ਤੋਂ ਪਹਿਲਾਂ ਆਪਾਂ ਸਟੱਡੀ ਕਰਨਾ ਹੈ ਸੀਰੀਜ਼ ਮੈਗਨੇਟ। ਸੋ ਆਹ ਜਿਹੜਾ ਦੇਖੋ ਥੱਲੇ ਮੈਗਨੇਟ ਆ ਨਾ, ਇਹ ਸੀਰੀਜ਼ ਮੈਗਨੇਟ ਹੁੰਦਾ ਹੈ। ਸੋ ਇਹਦੇ ਵਿੱਚ ਕੀ ਹੁੰਦੀਆਂ, ਬਹੁਤ ਸਾਰੀਆਂ ਇੱਕ ਯੂ ਸ਼ੇਪਡ ਲੈਮੀਨੇਟਡ ਜਿਹੜਾ ਹੁੰਦਾ ਨਾ, ਸਿਲੀਕੋਨ ਸਟੀਲ ਦੀ ਕੋਰ ਹੁੰਦੀ ਆ, ਠੀਕ ਆ। ਸੋ ਸਿਲੀਕੋਨ ਸਟੀਲ ਦੀਆਂ ਲੈਮੀਨੇਸ਼ਨਸ ਹੁੰਦੀਆਂ, ਜਿੱਦਾਂ ਟਰਾਂਸਫਾਰਮਰ 'ਚ ਲੈਮੀਨੇਸ਼ਨ ਹੁੰਦੀ ਹੈ ਨਾ, ਮਤਲਬ ਕਿ ਇੱਕ ਸੋਲਿਡ ਯੂ ਸ਼ੇਪ ਦਾ ਇਹ ਕੋਰ ਨਹੀਂ ਹੋਊਗੀ। ਇਹਦੀਆਂ ਬਰੀਕ ਬਰੀਕ ਪੱਤੀਆਂ ਹੋਣਗੀਆਂ ਜਿਨ੍ਹਾਂ ਨੂੰ ਜੋੜ ਕੇ ਆਪਸ ਦੇ ਵਿੱਚ ਆਪਾਂ ਇੱਕ ਯੂ ਸ਼ੇਪ ਦੀ ਜਿਹੜੀ ਹੈ ਇਹ ਕੋਰ ਬਣਾਈ ਹੋਊਗੀ। ਸੋ ਇਹ ਜਿਹੜੀ ਵਾਈਂਡਿੰਗ ਹੁੰਦੀ, ਇਹਦੀ ਜਿਹੜੀ ਕੋਇਲ ਹੁੰਦੀ ਆ, ਕੋਇਲ ਜਿਹੜੀ ਹੈ ਇਹ ਮੋਟੀ ਤਾਰ ਯੂਜ਼ ਕਰਦੇ ਹਾਂ ਅਤੇ ਘੱਟ ਨੰਬਰ ਆਫ ਟਰਨਸ ਰੱਖਦੇ ਹਾਂ, ਠੀਕ ਆ। ਮੋਟੀ ਤਾਰ ਅਤੇ ਘੱਟ ਨੰਬਰ ਆਫ ਟਰਨਸ ਰੱਖਦੇ ਹਾਂ ਇਹਦੀ ਇੰਡਕਟੈਂਸ, ਤਾਂ ਕਿ ਜਿਹੜੀ ਆ ਘੱਟ ਹੋਵੇ, ਠੀਕ ਆ। ਕਿਉਂਕਿ L = N/I ਹੁੰਦਾ ਨਾ। ਸੋ ਇੰਡਕਟੈਂਸ ਜਿਹੜੀ ਹੋਊਗੀ ਉਹ ਕੀ ਹੋਊਗੀ, ਨੰਬਰ ਆਫ ਟਰਨਸ ਦੇ ਅਤੇ ਕਰੰਟ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਆ। ਸੋ ਨੰਬਰ ਆਫ ਟਰਨਸ ਜੇ ਘੱਟ ਰੱਖੀਆਂ ਤਾਂ ਓਬਵੀਅਸਲੀ ਗੱਲ ਆ, ਇੰਡਕਟੈਂਸ ਜਿਹੜੀ ਹੋਊਗੀ ਆਪਣੀ ਘੱਟ ਹੋਊਗੀ। ਆ ਦੇਖੋ ਇੱਥੇ ਆਪਾਂ ਕੀ ਕੀਤਾ, ਹੁਣ ਘੱਟ ਨੰਬਰ ਆਫ ਟਰਨਸ ਰੱਖੀਆਂ ਆਪਾਂ, ਦੋ ਇੱਧਰਲੀ ਸਾਈਡ 'ਤੇ ਦੋ ਇੱਧਰਲੀ ਸਾਈਡ 'ਤੇ, ਯੂਨੀਫਾਰਮ ਨੇ, ਬਟ ਦੋਨੋਂ ਜਿਹੜੇ ਇਹਦੇ ਪੋਲਸ ਨੇ ਕੋਰ ਦੇ, ਉਹਨਾਂ ਦੇ ਉੱਪਰ ਕੀ ਆ, ਯੂਨੀਫਾਰਮ ਨੰਬਰ ਆਫ ਟਰਨਸ ਆਪਾਂ ਦਿੱਤੀਆਂ ਹੋਈਆਂ ਥਿਕ ਵਾਇਰ ਦੀਆਂ, ਯਾਨੀ ਕਿ ਮੋਟੀ ਵਾਇਰ ਦੀਆਂ, ਅਤੇ ਘੱਟ ਨੰਬਰ ਆਫ ਟਰਨਸ ਆ, ਜ਼ਿਆਦਾ ਨਹੀਂ ਹੈ, ਘੱਟ ਨੰਬਰ ਆਫ ਟਰਨਸ ਆ, ਤਾਂ ਕਿ ਇੰਡਕਟੈਂਸ ਘੱਟ ਹੋਵੇ। ਬਾਕੀ ਇਹ ਸੀਰੀਜ਼ ਕੋਇਲ ਜਿਹੜੀ ਹੁੰਦੀ ਹੈ ਇਹਨੂੰ ਆਪਾਂ ਕਰੰਟ ਕੋਇਲ ਵੀ ਕਹਿ ਦਿੰਦੇ ਹਾਂ। ਕਰੰਟ ਕੋਇਲ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਇਹ ਜਿਹੜੀ ਕੋਇਲ ਹੁੰਦੀ ਹੈ ਨਾ, ਇਹਨੇ ਲੋਡ ਕਰੰਟ ਨੂੰ ਕੈਰੀ ਕਰਨਾ ਹੁੰਦਾ। ਜਿੱਦਾਂ ਦੇਖੋ ਅੱਗੇ ਲੋਡ ਲੱਗਾ ਨਾ, ਸੋ ਸੀਰੀਜ਼ ਦੇ ਵਿੱਚ ਕਨੈਕਟਡ ਆ, ਸੋ ਇਹਨੇ ਲੋਡ ਕਰੰਟ ਨੂੰ ਹੀ ਕੈਰੀ ਕਰਨਾ ਹੁੰਦਾ, ਇਸ ਕਰਕੇ ਆਪਾਂ ਇਹਨੂੰ ਕੀ ਆ, ਕਰੰਟ ਕੋਇਲ ਕਹਿ ਦਿੰਦੇ ਹਾਂ। ਸੋ ਦਿਸ ਕੋਇਲ ਇਜ਼ ਕਨੈਕਟਡ ਇਨ ਸੀਰੀਜ਼ ਵਿਦ ਦਾ ਲੋਡ, ਠੀਕ ਆ। ਤੁਹਾਨੂੰ ਦੱਸਿਆ ਸੀਗਾ ਲੋਡ ਦੇ ਨਾਲ ਕਨੈਕਟ ਕਰਦੇ ਆ ਇਹਨੂੰ, ਇਸ ਕਰਕੇ ਇਹ ਕੀ ਆ, ਕਰੰਟ ਕੋਇਲ ਕਹਿ ਦਿੰਦੇ ਆਪਾਂ ਨੂੰ। ਸੋ ਦਿਸ ਕੋਇਲ ਇਜ਼ ਕਨੈਕਟਡ ਇਨ ਸੀਰੀਜ਼ ਵਿਦ ਦਾ ਲੋਡ, ਦਸ ਇਟ ਐਕਸਾਈਟਡ ਬਾਏ ਦਾ ਸਰਕਿਟ ਕਰੰਟ ਐਂਡ ਇਜ਼ ਨੋਨ ਐਜ਼ ਕਰੰਟ ਕੋਇਲ। ਸੋ ਸੀਰੀਜ਼ 'ਚ ਲਗਾਉਂਦੇ ਆ, ਐਕਸਾਈਟਡ ਹੁੰਦੀ ਕਿਹਦੇ ਨਾਲ ਐਕਸਾਈਟ ਹੁੰਦੀ ਆ, ਇਹ ਜਿਹੜਾ ਲੋਡ ਦਾ ਕਰੰਟ ਹੁੰਦਾ ਉਹਦੇ ਨਾਲ, ਇਸ ਕਰਕੇ ਇਹਨੂੰ ਕੀ ਆ, ਕਰੰਟ ਕੋਇਲ ਵੀ ਕਹਿ ਦਿੰਦੇ ਆ। ਦ ਮੈਗਨੇਟ ਇਜ਼ ਪਲੇਸਡ below the rotating disc and produce the magnetic field phi SE proportional to and in phase with line current। ਇਹ ਐਕਚੁਅਲੀ ਮੈਗਨੇਟ ਵਰਡ ਤਾਂ ਯੂਜ਼ ਕੀਤਾ ਕਿਉਂਕਿ ਕੋਇਲ ਆ, ਜਦੋਂ ਆਪਾਂ ਇਹਨੂੰ ਕਰੰਟ ਦੇਣਾ ਤਾਂ ਇਹਨੇ ਮੈਗਨੇਟ ਹੀ ਬਣ ਜਾਣਾ, ਠੀਕ ਹੈ। ਬਟ ਇਹ ਜਿਹੜਾ ਹੁੰਦਾ ਇਲੈਕਟ੍ਰੋਮੈਗਨੇਟ ਹੁੰਦਾ, ਇੱਥੇ ਜੇ ਤੁਸੀਂ ਕਰੈਕਟ ਕਰਨਾ ਕਰ ਲਿਓ, ਦਿਸ ਇਲੈਕਟ੍ਰੋਮੈਗਨੇਟ ਕਰ ਲਿਓ। ਸੋ ਇਹ ਜਿਹੜਾ ਇਲੈਕਟ੍ਰੋਮੈਗਨੇਟ ਹੁੰਦਾ, ਰੋਟੇਟਿੰਗ ਡਿਸਕ ਦੇ ਕੀ ਹੁੰਦਾ, ਥੱਲੇ ਆਪਾਂ ਪਲੇਸ ਕੀਤਾ ਹੁੰਦਾ। ਦੇਖੋ ਆ ਰੋਟੇਟਿੰਗ ਡਿਸਕ ਆ ਅਤੇ ਥੱਲੇ ਆਪਾਂ ਇਲੈਕਟ੍ਰੋਮੈਗਨੇਟ ਜਿਹੜਾ ਇਹਨੂੰ ਆਪਾਂ ਪਲੇਸ ਕੀਤਾ, ਅਤੇ ਇਹਨੇ ਕੀ ਆ, ਮੈਗਨੈਟਿਕ ਫੀਲਡ ਜਿਹੜਾ ਆ phi SE ਪ੍ਰਪੋਰਸ਼ਨ ਪ੍ਰੋਡਿਊਸ ਕਰਨਾ ਹੁੰਦਾ, ਜਿਹੜਾ ਕੀ ਹੁੰਦਾ, ਫੇਸ ਕਰੰਟ ਜਾਂ ਲਾਈਨ ਕਰੰਟ ਦੇ ਪ੍ਰਪੋਰਸ਼ਨ ਹੁੰਦਾ, ਠੀਕ। ਸੋ ਕਿਹੜਾ ਕੀ ਹੁੰਦਾ, ਇਨ ਫੇਸ ਵਿਦ ਲਾਈਨ ਕਰੰਟ। ਸੋ ਲਾਈਨ ਕਰੰਟ ਦੇ ਇਨ ਫੇਸ ਹੋਊਗਾ ਜਿਹੜਾ ਵੀ ਆਪਣੇ ਕੋਲ ਇਹਦੇ ਵਿੱਚ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਊਗਾ, ਯਾਨੀ ਕਿ ਜਿੰਨਾ ਜ਼ਿਆਦਾ ਲਾਈਨ ਦਾ ਕਰੰਟ ਹੋਊਗਾ ਜਾਂ ਜਿੰਨਾ ਲਾਈਨ ਦੇ ਵਿੱਚ ਲੋਡ ਜ਼ਿਆਦਾ ਹੋਊਗਾ, ਉਨਾ ਹੀ ਇਹਦੇ ਵਿੱਚ ਕੀ ਆ, ਜ਼ਿਆਦਾ phi SE ਪ੍ਰੋਡਿਊਸ ਹੋਣਾ, ਯਾਨੀ ਕਿ ਉਨਾ ਹੀ ਇਹਦੇ ਵਿੱਚ ਸੀਰੀਜ਼ ਦਾ ਫਲਕਸ, ਯਾਨੀ ਕਿ ਉਨਾ ਹੀ ਇਹਦੇ ਵਿੱਚ ਮੈਗਨੈਟਿਕ ਫੀਲਡ ਜਿਹੜਾ ਉਹ ਪ੍ਰੋਡਿਊਸ ਹੋਣਾ।
ਸੋ ਇਹ ਆਪਣੇ ਕੋਲ ਸੀਗੀ ਸੀਰੀਜ਼ ਮੈਗਨੇਟ ਜਾਂ ਸੀਰੀਜ਼ ਕੋਇਲ ਕਹਿ ਲਓ ਇਹਨੂੰ, ਜਾਂ ਫਿਰ ਤੁਸੀਂ ਇਹਨੂੰ ਕਰੰਟ ਕੋਇਲ ਵੀ ਕਹਿ ਸਕਦੇ ਆ, ਤਿੰਨਾਂ 'ਚ ਕੁਛ ਵੀ ਕਹਿ ਸਕਦੇ ਹੋ ਤੁਸੀਂ ਇਹਨੂੰ। ਸੋ ਇਹਨੇ ਜਿਹੜਾ ਹੁੰਦਾ ਇਹਨੇ ਲੋਡ ਕਰੰਟ ਹੀ ਕੈਰੀ ਕਰਨਾ ਹੁੰਦਾ। ਸੋ ਇਸ ਕਰਕੇ ਇਹਦੇ ਵਿੱਚ ਜਿਹੜਾ ਕਰੰਟ ਫਲੋ ਕਰੂਗਾ ਉਹ ਪ੍ਰੋਪੋਰਸ਼ਨਲ ਹੋਊਗਾ ਲਾਈਨ ਕਰੰਟ ਦੇ, ਯਾਨੀ ਕਿ ਜਿੰਨਾ ਜ਼ਿਆਦਾ ਲਾਈਨ ਕਰੰਟ ਹੋਊਗਾ ਉਨਾ ਹੀ ਜ਼ਿਆਦਾ ਜਿਹੜਾ ਹੋਊਗਾ ਇਹਦਾ ਫੀਲਡ ਜਿਹੜਾ ਹੋਊਗਾ ਉਹ ਪ੍ਰੋਡਿਊਸ ਹੋਊਗਾ। ਸੈਕਿੰਡ ਮੇਰੇ ਕੋਲ ਆ ਜਾਂਦਾ ਸ਼ੰਟ ਮੈਗਨੇਟ। ਹੁਣ ਦੇਖੋ ਇਹ ਸੀਰੀਜ਼ ਮੈਗਨੇਟ ਸੀਗਾ, ਕਿਉਂ ਸੀ ਸੀਰੀਜ਼ ਮੈਗਨੇਟ? ਕਿਉਂਕਿ ਉਹਨੂੰ ਆਪਾਂ ਸੀਰੀਜ਼ ਦੇ ਵਿੱਚ ਕਨੈਕਟ ਕੀਤਾ ਸੀ। ਹੁਣ ਨੈਕਸਟ ਮੇਰੇ ਕੋਲ ਹੈਗਾ ਸ਼ੰਟ ਮੈਗਨੇਟ। ਸੋ ਸ਼ੰਟ ਮੈਗਨੇਟ ਨੂੰ ਸ਼ੰਟ ਮੈਗਨੇਟ ਕਿਉਂ ਕਹਿੰਦੇ ਆ? ਕਿਉਂਕਿ ਇਹ ਪੈਰਲ ਦੇ ਵਿੱਚ ਕਨੈਕਟਡ ਹੁੰਦਾ। ਸ਼ੰਟ ਦਾ ਮਤਲਬ ਹੁੰਦਾ ਪੈਰਲ। ਸੋ ਸ਼ੰਟ ਇਸ ਕਰਕੇ ਕਹਿੰਦੇ ਕਿਉਂਕਿ ਇਹ ਪੈਰਲ 'ਚ ਕਨੈਕਟਡ ਹੁੰਦਾ। ਦੇਖੋ ਜਿੱਦਾਂ ਇਹ ਫੇਸ ਆ ਥੱਲੇ ਮੇਰੇ ਕੋਲ ਨਿਊਟਰਲ ਆ, ਇੱਕ ਪੁਆਇੰਟ ਕੀ ਆ ਇਹਦਾ ਫੇਸ ਨਾਲ ਲੱਗਾ, ਬਾਈਂਡਿੰਗ ਹੋਈ ਕੰਪਲੀਟ, ਉਸ ਤੋਂ ਬਾਅਦ ਦੂਸਰਾ ਪੁਆਇੰਟ ਜਿਹੜਾ ਨਿਊਟਰਲ ਨਾਲ ਲੱਗਾ, ਇਸ ਕਰਕੇ ਇਹਨੂੰ ਸ਼ੰਟ ਮੈਗਨੇਟ ਕਹਿੰਦੇ ਆ। ਸੋ ਇਟ ਕੰਸਿਸਟ ਆਫ ਇਫ ਨੂੰ ਆਫ ਕਰ ਲਿਓ, ਇਟ ਕੰਸਿਸਟ ਆਫ ਨੰਬਰ ਆਫ ਐਮ ਸ਼ੇਪਡ ਲੈਮੀਨੇਸ਼ਨ ਆਫ ਸਿਲੀਕਨ ਸਟੀਲ ਵਿਚ ਟੂਗੈਦਰ ਫਾਰਮਸ ਆ ਕੋਰ। ਸੋ ਇਹਦੇ ਵਿੱਚ ਵੀ ਸਿਲੀਕਨ ਸਟੀਲ ਦੀਆਂ ਆਪਾਂ ਲੈਮੀਨੇਸ਼ਨਸ ਯੂਜ਼ ਕਰਦੇ ਹਾਂ ਤਾਂ ਕਿ ਜਿਹੜਾ ਲੈਮੀਨੇਸ਼ਨਸ ਕਿਉਂ ਯੂਜ਼ ਕਰਦੇ ਹਾਂ ਇਸ ਚੀਜ਼ ਦਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਲੈਮੀਨੇਸ਼ਨਸ ਆਪਾਂ ਇਸ ਕਰਕੇ ਯੂਜ਼ ਕਰਦੇ ਹਾਂ ਤਾਂ ਕਿ ਐਡੀ ਕਰੰਟ ਲਾਸ ਜਿਹੜਾ ਆ ਨਾ ਉਹ ਇਸ ਕੋਰ ਦੇ ਵਿੱਚ ਨਾ ਹੋਵੇ, ਕਿਉਂਕਿ ਕੋਰ ਦੇ ਵਿੱਚ ਦੇਖੋ ਜੇ ਐਡੀ ਕਰੰਟ ਲਾਸ ਹੁੰਦਾ, ਚਾਹੇ ਉਹ ਸ਼ੰਟ ਕੋਇਲ ਆ ਜਾਂ ਫਿਰ ਆਪਣੀ ਸੀਰੀਜ਼ ਕੋਇਲ ਆ, ਜੇ ਇਹਨਾਂ ਦੋਨਾਂ 'ਚ ਕਿਸੇ ਦੇ ਵਿੱਚ ਵੀ ਆਪਣਾ ਐਡੀ ਕਰੰਟ ਲਾਸ ਹੁੰਦਾ ਨਾ, ਉਹ ਆਪਣੇ ਲਈ ਟੋਟਲ ਵੇਸਟ ਆ, ਉਹਨੂੰ ਆਪਾਂ ਯੂਟੀਲਾਈਜ਼ ਨਹੀਂ ਕਰਦੇ। ਸੋ ਉਹ ਜਿਹੜੀ ਆ ਉਹਨੇ ਕੁਛ ਨਹੀਂ ਕਰਨਾ, ਉਹ ਐਡੀ ਕਰੰਟ ਨੇ ਸਿਰਫ ਨਾ ਹੀਟ ਹੀ ਪ੍ਰੋਡਿਊਸ ਕਰਨੀ ਆ ਦੋਨਾਂ ਕੋਰਸ ਦੇ ਵਿੱਚ। ਇਸ ਕਰਕੇ ਇਹਨਾਂ ਨੂੰ ਆਪਾਂ ਸਿਲੀਕਨ ਸਟੀਲ ਦੀਆਂ ਲੈਮੀਨੇਸ਼ਨਸ ਤਾਂ ਬਣਾਉਂਦੇ ਆ ਤਾਂ ਕਿ ਜਿਹੜਾ ਇਹਦੇ ਵਿੱਚ ਐਡੀ ਕਰੰਟ ਲਾਸ ਜਿਹੜਾ ਉਹ ਘੱਟ ਤੋਂ ਘੱਟ ਹੋਵੇ। ਸੋ ਸ਼ੰਟ ਕੋਇਲ ਦੇ ਵਿੱਚ ਵੀ ਆਪਾਂ ਕੀ ਕੀਤਾ ਆ, ਸਿਲੀਕਨ ਸਟੀਲ ਦੀਆਂ ਲੈਮੀਨੇਸ਼ਨਸ ਦੀ ਜਿਹੜੀ ਆ ਐਮ ਸ਼ੇਪ ਦੀ ਜਿਹੜੀ ਆ ਕੋਰ ਡਿਜ਼ਾਈਨ ਕੀਤੀ ਆ। ਸੋ ਇਹ ਜਿਹੜੀ ਕੋਰ ਹੁੰਦੀ ਆ ਇਹਨੂੰ ਕੀ ਆ, ਥਿਨ ਵਾਇਰ ਦੀਆਂ ਲਾਰਜ ਨੰਬਰ ਆਫ ਟਰਨਸ ਜਿਹੜੀਆਂ ਹੁੰਦੀਆਂ ਇਹ 'ਤੇ ਵਾਊਂਡ ਕੀਤੀਆਂ ਹੁੰਦੀਆਂ ਆਪਾਂ, ਯਾਨੀ ਕਿ ਇਹ 'ਤੇ ਜਿਹੜੀ ਵਾਈਂਡਿੰਗ ਕੀਤੀ ਹੋਊਗੀ ਜਾਂ ਇਹਦੇ ਉੱਪਰ ਜਿਹੜੀ ਕੋਇਲ ਹੋਊਗੀ ਉਹ ਕਿਹੜੀ ਹੋਊਗੀ, ਥਿਨ ਹੋਊਗੀ, ਪਤਲੀ ਹੋਊਗੀ ਅਤੇ ਜ਼ਿਆਦਾ ਨੰਬਰ ਆਫ ਟਰਨਸ ਹੋਣਗੀਆਂ। ਹੁਣ ਜੇ ਨੰਬਰ ਆਫ ਟਰਨਸ ਜ਼ਿਆਦਾ, ਇਟ ਮੀਨਸ ਕਿ ਇਹਦੀ ਇੰਡਕਟੈਂਸ ਜਿਹੜੀ ਹੋਊਗੀ ਉਹ ਸੀਰੀਜ਼ ਕੋਇਲ ਦੇ ਨਾਲ ਕੀ ਹੋਊਗੀ, ਜ਼ਿਆਦਾ ਹੋਊਗੀ, ਕਿਉਂਕਿ ਇੱਥੇ ਨੰਬਰ ਆਫ ਟਰਨਸ ਜ਼ਿਆਦਾ ਆ ਗਈਆਂ ਨਾ। ਸੋ ਇੰਡਕਟੈਂਸ ਜਿਹੜੀ ਹੁੰਦੀ ਆ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੀ ਹੈ NI ਦੇ, ਯਾਨੀ ਕਿ ਨੰਬਰ ਆਫ ਟਰਨਸ ਅਤੇ ਕਰੰਟ ਦੇ। ਸੋ ਨੰਬਰ ਆਫ ਟਰਨਸ ਵੱਧ ਗਈਆਂ ਤਾਂ ਮੇਰੀ ਇੰਡਕਟੈਂਸ ਜਿਹੜੀ ਹੋਊਗੀ ਉਹ ਵੀ ਕੀ ਹੋਊਗੀ, ਜ਼ਿਆਦਾ ਹੋ ਜੂਗੀ। ਬਾਕੀ ਜਿਹੜੀ ਵਾਈਂਡਿੰਗ ਹੁੰਦੀ ਹੈ ਇਹਨੂੰ ਸੈਂਟਰ ਲਿੰਬ 'ਤੇ ਆਪਾਂ ਪਲੇਸ ਕਰਦੇ ਹਾਂ। ਸੋ ਅ ਕੋਇਲ ਆਫ ਥਿਨ ਵਾਇਰ ਹੈਵਿੰਗ ਲਾਰਜ ਨੰਬਰ ਆਫ ਟਰਨਸ ਆਰ ਵਾਊਂਡਡ ਔਨ ਦਾ ਸੈਂਟਰ ਲਿੰਬ ਆਫ ਦਾ ਕੋਰ ਦੀ ਜਿਹੜੀ ਸੈਂਟਰ ਲਿੰਬ ਹੁੰਦੀ ਉੱਤੇ ਆਪਾਂ ਕੀ ਕਰਦੇ ਹਾਂ, ਇਹਨੂੰ ਲਗਾ ਦਿੰਦੇ ਹਾਂ। ਦਿਸ ਕੋਇਲ ਇਜ਼ ਕਨੈਕਟਡ ਅਕਰੋਸ ਦਾ ਲੋਡ ਐਂਡ ਐਕਸਾਈਟਡ ਬਾਈ ਕਰੰਟ ਪ੍ਰੋਪੋਰਸ਼ਨਲ ਟੂ ਦਾ ਸਪਲਾਈ ਵੋਲਟੇਜ, ਸੋ ਇਟ ਇਜ਼ ਕਾਲਡ ਪੋਟੈਂਸ਼ੀਅਲ ਔਰ ਪ੍ਰੈਸ਼ਰ ਕੋਇਲ। ਸੋ ਇਹਦੇ ਵਿੱਚ ਜਿਹੜਾ ਕਰੰਟ ਪ੍ਰੋਡਿਊਸ ਹੁੰਦਾ ਆ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦਾ ਕਿਹਦੇ ਹੁੰਦਾ, ਸਪਲਾਈ ਵੋਲਟੇਜ ਦੇ, ਯਾਨੀ ਕਿ ਜਿੰਨੀ ਮੇਰੀ ਸਪਲਾਈ ਵੋਲਟੇਜ ਇਨਕਰੀਜ਼ ਜਾਂ ਡਿਕਰੀਜ਼ ਹੋਊਗੀ ਉਸ ਹਿਸਾਬ ਨਾਲ ਰਿਸਪੈਕਟਿਵਲੀ ਇਹਦੇ ਵਿੱਚ ਕੋਇਲ ਦੇ ਵਿੱਚ ਕਰੰਟ ਵੀ ਜਿਹੜਾ ਹੋਊਗਾ ਉਹ ਇਨਕਰੀਜ਼ ਜਾਂ ਡਿਕਰੀਜ਼ ਹੋਊਗਾ। ਇਸੇ ਕਰਕੇ ਇਹਨੂੰ ਕੀ ਆ ਆਪਾਂ ਪੋਟੈਂਸ਼ੀਅਲ ਕੋਇਲ ਜਾਂ ਪ੍ਰੈਸ਼ਰ ਕੋਇਲ ਵੀ ਕਹਿ ਦਿੰਦੇ ਹਾਂ। ਬਾਕੀ ਇਹ ਜਿਹੜੀ ਕੋਇਲ ਹੁੰਦੀ ਆ ਇਹਦੇ ਵਿੱਚ ਮੋਸਟਲੀ ਕਰੰਟ ਜਿਹੜਾ ਹੁੰਦਾ ਨਾ ਉਹ ਕੌਂਸਟੈਂਟ ਹੀ ਰਹਿੰਦਾ। ਕੌਂਸਟੈਂਟ ਰਹਿਣ ਦੀ ਵਜ੍ਹਾ ਇਹ ਆ ਕਿਉਂਕਿ ਦੇਖੋ ਇੱਥੇ ਆਪਾਂ ਕੀ ਲਿਖਿਆ ਹੋਇਆ, ਐਕਸਾਈਟਡ ਬਾਈ ਕਰੰਟ ਪ੍ਰਪੋਰਸ਼ਨਲ ਟੂ ਦਾ ਸਪਲਾਈ ਵੋਲਟੇਜ, ਠੀਕ ਹੈ, ਯਾਨੀ ਕਿ ਜਿਹੜਾ ਇਹਦੇ ਵਿੱਚ ਕਰੰਟ ਪ੍ਰੋਡਿਊਸ ਹੋਊਗਾ ਉਹ ਕਿਹਦੇ ਪ੍ਰਪੋਰਸ਼ਨਲ ਹੋਊਗਾ, ਸਪਲਾਈ ਵੋਲਟੇਜ ਦੇ ਪ੍ਰਪੋਰਸ਼ਨਲ ਹੋਊਗਾ। ਸੋ ਮੇਰੀ ਵੋਲਟੇਜ ਜਿਹੜੀ ਹੁੰਦੀ ਆ ਆਲਮੋਸਟ ਕੌਂਸਟੈਂਟ ਹੀ ਰਹਿੰਦੀ ਹੈ। ਜੇ ਮੈਂ ਸਿੰਗਲ ਫੇਸ ਦੀ ਗੱਲ ਕਰਾਂ ਤਾਂ 230 ਰਹਿੰਦੀ ਆ ਜਾਂ 240 ਹੋ ਜਾਂਦੀ ਆ, ਡਿਪੈਂਡ ਕਰਦਾ ਵੀ ਸਿਚੁਏਸ਼ਨ ਕੀ ਆ, ਤੁਹਾਡੇ ਲੋਡ ਜਿਹੜਾ ਆ ਕਿੰਨੀ ਦੂਰ ਆ ਟਰਾਂਸਫਾਰਮਰ ਤੋਂ ਤੁਹਾਡਾ ਜਿਹੜਾ ਲੋਡ ਆ ਉਹ। ਸੋ ਮੋਸਟਲੀ ਜੇ ਆਪਾਂ ਚਲਾ ਕੇ 230 ਜਿਹੜੀ ਹੁੰਦੀ ਹੈ ਕੌਂਸਟੈਂਟ ਵੋਲਟੇਜ ਰਹਿੰਦੀ। ਸੋ ਜੇ ਵੋਲਟੇਜ ਕੌਂਸਟੈਂਟ ਰਹਿੰਦੀ ਆ ਤਾਂ ਕਰੰਟ ਵੀ ਵੋਲਟੇਜ ਦੇ ਪ੍ਰਪੋਰਸ਼ਨਲ ਹੀ ਹੋਣਾ ਇਸ ਕੋਇਲ ਦੇ ਵਿੱਚ, ਜਾਂ ਇਸ ਜਿਹੜਾ ਮੈਗਨੇਟ ਆ ਸ਼ੰਟ ਮੈਗਨੇਟ ਇਹਦੇ ਵਿੱਚ, ਜਾਂ ਪੋਟੈਂਸ਼ੀਅਲ ਕੋਇਲ 'ਚ ਜਾਂ ਪ੍ਰੈਸ਼ਰ ਕੋਇਲ। ਸੋ ਇਸ ਕਰਕੇ ਇਹਦੇ ਵਿੱਚ ਕਰੰਟ ਜਿਹੜਾ ਹੁੰਦਾ ਨਾ ਕੌਂਸਟੈਂਟ ਰਹਿਣਾ, ਕਿਉਂਕਿ ਵੋਲਟੇਜ ਆਪਣੀ ਜਿਹੜੀ ਹੁੰਦੀ ਕੌਂਸਟੈਂਟ ਹੁੰਦੀ ਆ। ਸੋ ਦਿਸ ਕੋਇਲ ਇਜ਼ ਪਲੇਸਡ ਅਬਵ ਦਾ ਮੈਗਨੇਟ। ਲੋਕੇਸ਼ਨ ਕੀ ਹੁੰਦੀ ਇਹਦੀ ਜਿਹੜੀ ਲੋਕੇਸ਼ਨ ਹੁੰਦੀ ਆ, ਜਿਹੜੀ ਆਪਣੀ ਐਲੂਮੀਨੀਅਮ ਦੀ ਡਿਸਕ ਹੁੰਦੀ ਆ ਉਹਦੇ ਉੱਤੇ ਹੁੰਦੀ ਆ। ਸੋ ਇੱਥੇ ਥੋੜ੍ਹੀ ਜਿਹੀ ਕਰੈਕਸ਼ਨ ਹੋਰ ਕਰ ਲਿਓ ਤੁਸੀਂ, ਪਲੇਸਡ ਅਬਵ ਦਾ ਡਿਸਕ ਆਉਣਾ, ਐਲੂਮੀਨੀਅਮ ਡਿਸਕ ਆਉਣਾ, ਨਾਟ ਮੈਗਨੇਟ, ਐਲੂਮੀਨੀਅਮ ਡਿਸਕ, ਠੀਕ ਆ। ਸੋ ਇਹ ਜਿਹੜੀ ਕੋਇਲ ਹੁੰਦੀ ਆ ਜਾਂ ਪੋਟੈਂਸ਼ੀਅਲ ਕੋਇਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜਾਂ ਸ਼ੰਟ ਮੈਗਨੇਟ, ਇਹ ਕੀ ਹੁੰਦਾ, ਜਿਹੜੀ ਐਲੂਮੀਨੀਅਮ ਦੀ ਡਿਸਕ ਹੁੰਦੀ ਉਹ ਤੋਂ ਉੱਪਰ ਲੱਗਾ ਹੁੰਦਾ। So in order to obtain deflecting torque, current in the pressure coil must lag behind the supply voltage by 90 degree। ਯਾਨੀ ਕਿ ਜੇ ਆਪਾਂ ਇਸ ਡਿਫਲੈਕਟਿੰਗ ਟਾਰਕ ਜਿਹੜਾ ਡਿਫਲੈਕਟਿੰਗ ਟਾਰਕ ਕੀ ਹੁੰਦਾ, ਜਿਹਨੇ ਡਿਸਕ ਨੂੰ ਰੋਟੇਟ ਕਰਾਉਣਾ, ਜੇ ਕਹਿੰਦਾ ਆਪਾਂ ਡਿਫਲੈਕਟਿੰਗ ਟਾਰਕ ਨੂੰ ਪ੍ਰੋਡਿਊਸ ਕਰਨਾ ਤਾਂ ਉਹਦੇ ਵਿੱਚ ਇੱਕ ਕੰਡੀਸ਼ਨ ਆ ਕਿ ਜਿਹੜੀ ਇਹ ਵਾਲੀ ਪ੍ਰੈਸ਼ਰ ਕੋਇਲ ਹੈ ਨਾ ਇਹਦੇ ਵਿੱਚ ਜਿਹੜਾ ਕਰੰਟ ਫਲੋ ਕਰੇ ਉਹ ਸਪਲਾਈ ਵੋਲਟੇਜ ਤੋਂ 90 ਡਿਗਰੀ ਲੈਗ ਕਰਨਾ ਚਾਹੀਦਾ, ਯਾਨੀ ਕਿ 90 ਡਿਗਰੀ ਕਰੰਟ ਜਿਹੜਾ ਹੈ ਪਿੱਛੇ ਜਾਣਾ ਚਾਹੀਦਾ, ਤਾਂ ਹੀ ਜਿਹੜੀ ਮੇਰੀ ਡਿਸਕ ਹੋਊਗੀ ਨਾ ਉਹਦੇ ਵਿੱਚ ਜਿਹੜਾ ਹੋਊਗਾ ਆਪਣੇ ਕੋਲ ਡਿਫਲੈਕਟਿੰਗ ਟਾਰਕ ਪ੍ਰੋਡਿਊਸ ਹੋਊਗਾ। ਜੇ ਸਪਲਾਈ ਵੋਲਟੇਜ ਨੂੰ ਲੀਡ, ਵੈਸੇ ਤਾਂ ਦੇਖੋ ਇਹ ਚੀਜ਼ ਜਿਹੜੀ ਹੁੰਦੀ ਪੋਸੀਬਲ ਨਹੀਂ ਆ ਵੀ ਐਗਜ਼ੈਕਟ 90 ਡਿਗਰੀ ਦੇ ਨਾਲ ਕਦੀ ਵੀ ਜਿਹੜਾ ਹੁੰਦਾ ਨਾ ਕਰੰਟ ਲੈਗ ਨਹੀਂ ਕਰਦਾ, ਠੀਕ ਆ, ਬਟ ਹਾਂ ਫਿਰ ਵੀ ਥੋੜ੍ਹਾ ਜਿਹਾ ਐਂਗਲ ਹੁੰਦਾ, ਬਟ ਆਈਡੀਅਲ ਕੰਡੀਸ਼ਨ ਜੇ ਆਪਾਂ ਮੰਨੀਏ ਤਾਂ ਕਰੰਟ ਜਿਹੜਾ ਆ ਉਹ ਸਪਲਾਈ ਵੋਲਟੇਜ ਤੋਂ 90 ਡਿਗਰੀ ਲੈਗ ਕਰਨਾ ਚਾਹੀਦਾ, ਬਟ ਐਕਚੁਅਲ ਕੰਡੀਸ਼ਨ ਜਿੱਦਾਂ ਹੁੰਦਾ ਨਹੀਂ, ਥੋੜ੍ਹਾ ਜਿਹਾ ਐਂਗਲ ਹੁੰਦਾ ਹੈ ਕਰੰਟ ਦਾ, ਜਾਂ ਪੂਰਾ 90 ਡਿਗਰੀ 'ਚ ਨਹੀਂ ਹੁੰਦਾ ਲੈਗ।
ਬਟ ਫਿਰ ਵੀ 90 ਡਿਗਰੀ ਦੇ ਨੇੜੇ ਤੇੜੇ ਕਰੇ, ਉਹਦੇ ਕਰਕੇ ਆਪਾਂ ਕੀ ਕਰਦੇ ਹਾਂ, ਇੱਕ ਕਾਪਰ ਦਾ ਸ਼ੇਡਿੰਗ ਬੈਂਡ ਲਾ ਦਿੰਦੇ ਹਾਂ, ਸੋਲਿਡ ਕਾਪਰ ਦੀਆਂ ਸਟ੍ਰਿਪਸ ਵੀ ਤੁਸੀਂ ਇਹਨੂੰ ਕਹਿ ਸਕਦੇ ਆ। ਸੋ ਕਾਪਰ ਸ਼ੇਡਿੰਗ ਬੈਂਡ ਲਗਾਉਣ ਦੇ ਨਾਲ ਕੀ ਆ, ਇਹ ਜਿਹੜੀ ਕੋਇਲ ਹੁੰਦੀ ਆ, ਪ੍ਰੈਸ਼ਰ ਕੋਇਲ ਜਾਂ ਸ਼ੰਟ ਮੈਗਨੇਟ ਜਿਹੜਾ ਆ, ਇਹਦੀ ਇੰਡਕਟੈਂਸ ਜਿਹੜੀ ਹੁੰਦੀ ਨਾ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦੀ ਆ। ਸੋ ਇੰਡਕਟੈਂਸ ਜਿੱਥੇ ਇਨਕਰੀਜ਼ ਹੋ ਗਈ ਉੱਥੇ ਓਬਵੀਅਸਲੀ ਕਰੰਟ ਜਿਹੜਾ ਹੋਣਾ ਉਹਨੇ ਵੋਲਟੇਜ ਨੂੰ ਜਿਹੜਾ ਆ ਹੋਰ ਜ਼ਿਆਦਾ ਲੈਗ ਕਰਨਾ ਹੀ ਕਰਨਾ। ਸੋ ਇਹ ਸੀਗਾ ਆਪਣਾ ਸ਼ੰਟ ਮੈਗਨੇਟ। ਨੈਕਸਟ ਮੇਰੇ ਕੋਲ ਆ ਗਿਆ ਐਲੂਮੀਨੀਅਮ ਡਿਸਕ। ਸੋ ਐਲੂਮੀਨੀਅਮ ਡਿਸਕ ਜਿਹੜੀ ਹੁੰਦੀ ਆ, ਇਹ ਕੀ ਹੁੰਦੀ ਆ, ਐਲੂਮੀਨੀਅਮ ਡਿਸਕ ਪਾਰਟ ਆਫ ਡਿਫਲੈਕਟਿੰਗ ਸਿਸਟਮ ਵਿਚ ਇਜ਼ ਮਾਊਂਟਡ ਔਨ ਵਰਟੀਕਲ ਸਪਿੰਡਲ। ਸੋ ਆਹ ਦੇਖੋ ਇੱਕ ਵਰਟੀਕਲ ਸਪਿੰਡਲ ਆ। ਸਪਿੰਡਲ ਕੀ ਹੁੰਦਾ, ਸਪਿੰਡਲ ਇਜ਼ ਨਥਿੰਗ ਬਟ ਜਸਟ ਅ ਰੋਡ, ਠੀਕ ਹੈ। ਸਪਿੰਡਲ ਇੱਕ ਰੋਡ ਹੁੰਦੀ ਹੈ ਜਿਹੜੀ ਫਰੀਲੀ ਜਿਹੜੀ ਹੁੰਦੀ ਆ ਮੂਵ ਕਰ ਸਕਦੀ ਆ ਆਪਣੀ। ਸੋ ਇਹ ਜਿਹੜੀ ਸਪਿੰਡਲ ਹੁੰਦੀ ਇਹਦੇ ਉੱਪਰ ਆਪਾਂ ਕੀ ਲਗਾਈ ਹੁੰਦੀ ਆ, ਐਲੂਮੀਨੀਅਮ ਦੀ ਡਿਸਕ ਯੂਜ਼ ਕਰਦੇ ਆ, ਵੀ ਯਾਦ ਰੱਖਿਓ। ਸੋ ਡਿਸਕ ਜਿਹੜੀ ਹੈ ਕਿਹੜੇ ਮਟੀਰੀਅਲ ਦੀ ਬਣੀ ਹੋਣੀ ਚਾਹੀਦੀ, ਇਹ ਵੀ ਤੁਹਾਡੇ ਮਾਈਂਡ 'ਚ ਕੁਐਸਚਨ ਆਉਂਦਾ ਹੋਣਾ। ਸੋ ਇਹ ਨੋਟ ਕਰ ਲਿਓ ਚੀਜ਼ ਕਿ ਜਿਹੜੀ ਡਿਸਕ ਬਣੀ ਹੋਣੀ ਚਾਹੀਦੀ ਹੈ ਉਹ ਮੈਗਨੈਟਿਕ, ਉਹ ਜਿਹੜੀ ਆ ਨੋਨ ਕੰਡਕਟਿੰਗ ਕੰਡਕਟਿੰਗ ਬਟ ਨੋਨ ਮੈਗਨੈਟਿਕ ਹੋਣੀ ਚਾਹੀਦੀ ਆ, ਠੀਕ ਹੈ। ਯਾਦ ਰੱਖਿਓ ਜਿਹੜੀ ਡਿਸਕ ਆ ਉਹ ਕਿਸ ਮਟੀਰੀਅਲ ਦੀ ਬਣੀ ਹੋਣੀ ਚਾਹੀਦੀ ਆ, ਉਹ ਬਣੀ ਹੋਣੀ ਚਾਹੀਦੀ ਆ ਕੰਡਕਟਰ ਬਟ ਨੋਨ ਮੈਗਨੈਟਿਕ ਜਾਂ ਨੋਟ ਮੈਗਨੈਟਿਕ, ਠੀਕ ਹੈ। ਯਾਨੀ ਕਿ ਉਹ ਆਇਰਨ ਵਗੈਰਾ ਦੀ ਨਹੀਂ ਬਣੀ ਹੋਈ, ਕਿਉਂਕਿ ਆਇਰਨ ਮੈਗਨੈਟਿਕ ਮਟੀਰੀਅਲ ਹੁੰਦਾ ਨਾ। ਸੋ ਜਿਹੜੀ ਡਿਸਕ ਆ ਉਹ ਮੈਗਨੈਟਿਕ ਮਟੀਰੀਅਲ ਦੀ ਨਹੀਂ ਬਣੀ ਹੋਣੀ ਚਾਹੀਦੀ, ਬਟ ਕਰੰਟ ਕੈਰਿੰਗ ਕੰਡਕਟਰ ਦੀ ਬਣੀ ਹੋਣੀ ਚਾਹੀਦੀ, ਯਾਨੀ ਕਿ ਕਰੰਟ ਨੂੰ ਕੈਰੀ ਕਰ ਲਵੇ ਬਟ ਮੈਗਨੈਟਿਕ ਫੀਲਡ ਦਾ ਉਹਦੇ ਉੱਪਰ ਮਤਲਬ ਕਿ ਕੋਈ ਅਸਰ ਨਾ ਹੋਵੇ, ਠੀਕ ਹੈ। ਯਾਨੀ ਕਿ ਮੈਗਨੈਟ ਨਾ ਬਣੇ, ਉਹ ਕਰੰਟ ਨੂੰ ਕੈਰੀ ਕਰ ਲਵੇ, ਮੈਗਨੈਟ ਨਾ ਬਣੇ। ਸੋ ਕੰਡਕਟਿੰਗ ਬਟ ਨੋਨ ਮੈਗਨੈਟਿਕ। ਸੋ ਇੱਥੇ ਆਪਾਂ ਕਾਪਰ ਦੀ ਵੀ ਯੂਜ਼ ਕਰ ਸਕਦੇ ਸੀਗੇ ਡਿਸਕ, ਕਿਉਂਕਿ ਕਾਪਰ ਵੀ ਜਿਹੜਾ ਹੁੰਦਾ ਕੰਡਕਟਰ ਹੁੰਦਾ ਬਟ ਨੋਨ ਮੈਗਨੈਟਿਕ ਹੁੰਦਾ ਉਹ ਵੀ। ਬਟ ਐਲੂਮੀਨੀਅਮ ਦੀ ਇਸ ਕਰਕੇ ਆਪਾਂ ਯੂਜ਼ ਕਰ ਲੈਂਦੇ ਹਾਂ ਕਿਉਂਕਿ ਐਲੂਮੀਨੀਅਮ ਦੀ ਡਿਸਕ ਜਿਹੜੀ ਹੁੰਦੀ ਆ ਉਹ ਹਲਕੀ ਹੁੰਦੀ ਆ, ਲਾਈਟ ਵੇਟ ਹੁੰਦੀ ਆ। ਇਹ ਵਜ੍ਹਾ ਆ ਕੇ ਆਪਾਂ ਇੱਥੇ ਐਲੂਮੀਨੀਅਮ ਦੀ ਡਿਸਕ ਯੂਜ਼ ਕਰਦੇ ਹਾਂ, ਨੋਟ ਕਾਪਰ। ਇਹ ਜਿਹੜੀ ਡਿਸਕ ਹੁੰਦੀ ਆ, ਬਾਕੀ ਲੋਕੇਸ਼ਨ ਤੁਸੀਂ ਡਾਇਗਰਾਮ ਦੇ ਵਿੱਚ ਵੀ ਦੇਖ ਰਹੇ ਹੋ, ਜਿਹੜੀ ਲੋਕੇਸ਼ਨ ਹੋਊਗੀ ਉਹ ਕੀ ਹੋਊਗੀ, ਸ਼ੰਟ ਮੈਗਨੇਟ ਤੇ ਜਿਹੜਾ ਆਪਣਾ ਸੀਰੀਜ਼ ਮੈਗਨੇਟ ਜਾਂ ਕਰੰਟ ਕੋਇਲ ਆ, ਇਹਦੇ ਸੈਂਟਰ ਦੇ ਵਿੱਚ ਆਪਾਂ ਡਿਸਕ ਲਗਾਈ ਹੁੰਦੀ ਆ। ਇੱਥੇ ਗੈਪ ਬਹੁਤ ਜ਼ਿਆਦਾ ਸ਼ੋ ਕੀਤਾ, ਬਟ ਅਦਰਵਾਈਜ਼ ਇਹਨਾਂ ਦੋਨਾਂ ਦੇ ਵਿੱਚ ਗੈਪ ਕੋਈ ਇੰਨਾ ਜ਼ਿਆਦਾ ਨਹੀਂ ਹੁੰਦਾ। ਸੋ ਜਿਹੜੀ ਇਹਦੀ ਪੋਜੀਸ਼ਨ ਹੈ ਇਹ ਵੀ ਆਪਾਂ ਦੇਖ ਲਈ ਵੀ ਕਿੱਥੇ ਹੁੰਦੀ, ਸੈਂਟਰ 'ਚ ਹੁੰਦੀ ਆ। ਸੋ ਦ ਸਪਿੰਡਲ ਇਜ਼ ਸਪੋਰਟਡ ਬਾਈ ਕੱਪ ਸ਼ੇਪਡ ਜਵੈਲਡ ਬੇਰਿੰਗ ਐਟ ਦਾ ਬਾਟਮ। ਸੋ ਜਿਹੜੀ ਆਪਣੀ ਸਪਿੰਡਲ ਹੁੰਦੀ ਆ, ਯਾਨੀ ਕਿ ਜਿਹੜਾ ਫ੍ਰੀਲੀ ਰੋਟੇਟਿੰਗ ਪਾਰਟ ਹੁੰਦਾ, ਇੱਕ ਸ਼ਾਫਟ ਹੁੰਦੀ ਆ, ਉਹਨੂੰ ਆ ਦੇਖੋ ਸੈਂਟਰ ਦੇ ਵਿੱਚ ਆਪਾਂ ਕੀ ਕਹਿੰਦਾ, ਕੱਪ ਸ਼ੇਪਡ ਇੱਕ ਜਵੈਲਡ ਹੁੰਦਾ, ਉਹਦੇ ਵਿੱਚ ਬੇਰਿੰਗ ਦੇ ਨਾਲ ਅਟੈਚ ਕੀਤਾ ਹੁੰਦਾ ਤਾਂ ਕਿ ਇਸ ਜਗ੍ਹਾ 'ਤੇ ਕੀ ਆ, ਇੱਕ ਤਾਂ ਹਿੱਲੇ ਨਾ। ਜੇ ਆਪਾਂ ਇਹਦਾ ਵੀ ਸ਼ੇਪ ਜਾਂ ਸੀ ਸ਼ੇਪ ਕੱਪ ਆਪਣੇ ਕੋਲ, ਉਹਦੇ ਵਿੱਚ ਜਦੋਂ ਆਪਾਂ ਸਪਿੰਡਲ ਨੂੰ ਰੱਖਾਂਗੇ ਤਾਂ ਕੀ ਹੋਊਗਾ, ਇਹ ਕੀ ਹੈ, ਜ਼ਿਆਦਾ ਇੱਧਰ ਉੱਧਰ ਜਾਂ ਲੈਫਟ ਰਾਈਟ ਮੂਵ ਨਹੀਂ ਕਰੂਗੀ, ਇੱਕ ਪਰਟੀਕੂਲਰ ਜਗ੍ਹਾ 'ਤੇ ਫਿਕਸ ਰਹੂਗੀ। ਅਤੇ ਬੇਰਿੰਗ ਇਸ ਕਰਕੇ ਲਗਾਏ ਹੁੰਦੇ ਆ ਤਾਂ ਕਿ ਉਹ ਫਰੀਲੀ ਮੂਵ ਕਰ ਸਕੇ। ਨੈਕਸਟ ਮੇਰੇ ਕੋਲ ਆ ਜਾਂਦਾ ਹੈ ਕੰਟਰੋਲ ਸਪਰਿੰਗ। ਸੋ ਕੰਟਰੋਲ ਸਪਰਿੰਗ ਜਿਹੜਾ ਇੱਥੇ ਸ਼ੋ ਨਹੀਂ ਕੀਤਾ ਹੈ, ਬਟ ਇਸ ਕੇਸ ਦੇ ਵਿੱਚ ਆਪਾਂ ਕੰਟਰੋਲ ਸਪਰਿੰਗ ਯੂਜ਼ ਕਰਾਂਗੇ। ਯਾਦ ਰੱਖਿਓ ਵਾਟ ਮੀਟਰ ਦੇ ਕੇਸ 'ਚ ਯੂਜ਼ ਕਰਨਾ ਆਪਾਂ ਕੰਟਰੋਲ ਸਪਰਿੰਗ। ਐਨਰਜੀ ਮੀਟਰ 'ਚ ਕੰਟਰੋਲ ਸਪਰਿੰਗ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਐਨਰਜੀ ਮੀਟਰ ਜਿਹੜਾ ਹੁੰਦਾ ਉਹਨੇ ਇੰਟੈਗਰੇਟਿੰਗ ਇੰਸਟਰੂਮੈਂਟ ਹੁੰਦਾ, ਉਹਨੇ ਕੀ ਹੁੰਦਾ ਟਾਈਮ ਦੇ ਨਾਲ ਕੀ ਹੁੰਦਾ ਰਿਕਾਰਡਿੰਗ ਕਰਨੀ ਹੁੰਦੀ ਹੈ, ਠੀਕ ਆ। ਜਿੱਦਾਂ ਮੰਨ ਲਓ ਅੱਜ 10 ਯੂਨਿਟ ਚੱਲੀਆਂ, ਅਗਲੇ ਦਿਨ ਜਿੰਨੀਆਂ ਚੱਲੀਆਂ ਐਡ ਕਰ ਦੇਣੀਆਂ, ਅਗਲੇ ਦਿਨ ਜਿੰਨੀਆਂ ਚੱਲੀਆਂ ਐਡ ਕਰਨੀਆਂ। ਸੋ ਘੁੰਮਦਾ ਵੀ ਰਹੇ ਤਾਂ ਵੀ ਆਪਾਂ ਨੂੰ ਕੋਈ ਇਸ਼ੂ ਨਹੀਂ ਆ, ਉਹ ਆਪਣੀ ਨੀਡ ਹੀ ਆ ਕਿ ਉਹ ਜਿਹੜਾ ਰੁਕੇ ਨਾ, ਘੁੰਮਦਾ ਰਹੇ। ਇਸ ਕਰਕੇ ਉੱਥੇ ਕੰਟਰੋਲਿੰਗ ਟਾਰਕ ਦੀ ਕੋਈ ਲੋੜ ਨਹੀਂ ਹੁੰਦੀ। ਬਟ ਵਾਟ ਮੀਟਰ ਦੇ ਵਿੱਚ ਕੀ ਆਪਾਂ ਇੰਸਟੈਂਟੇਨੀਅਸ ਰੀਡਿੰਗ ਦੇਖਣੀ ਹੁੰਦੀ ਆ, ਮੌਕੇ 'ਤੇ ਰੀਡਿੰਗ ਦੇਖਣੀ ਹੁੰਦੀ। ਇਸ ਕਰਕੇ ਇੱਥੇ ਕੀ ਆਪਾਂ ਨੂੰ ਕੰਟਰੋਲ ਸਪਰਿੰਗ ਜਿਹੜਾ ਆ ਲਗਾਉਣਾ ਪੈਂਦਾ। ਸੋ ਕੰਟਰੋਲ ਸਪਰਿੰਗ ਜਿਹੜਾ ਹੁੰਦਾ ਸਪਿੰਡਲ ਦੇ ਦੋਨਾਂ ਸਾਈਡ ਦੇ ਉੱਪਰ ਲੱਗਾ ਹੁੰਦਾ, ਇੱਥੇ ਸ਼ੋਅ ਨਹੀਂ ਕੀਤਾ ਹੋਇਆ, ਬਟ ਉੱਪਰ ਅਤੇ ਥੱਲੇ ਦੋਨਾਂ ਪਾਸੇ ਕੀ ਆ ਆਪਾਂ ਕੰਟਰੋਲ ਸਪਰਿੰਗ ਜਿਹੜਾ ਉਹ ਜ਼ਰੂਰ ਲਗਾਵਾਂਗੇ ਤਾਂ ਕਿ ਜਿਹੜਾ ਆ ਆਪਣਾ ਜਿੱਥੇ ਵੀ ਆਪਣੀ ਜਿੰਨੀ ਵੀ ਵਾਟੇਜ ਹੈਗੀ ਆ ਉਸ ਪਰਟੀਕੂਲਰ ਰੀਡਿੰਗ ਦੇ ਉੱਪਰ ਜਾ ਕੇ ਜਿਹੜਾ ਮੇਰਾ ਪੁਆਇੰਟਰ ਆ ਨਾ ਰੁਕ ਜਾਵੇ, ਠੀਕ ਆ, ਅੱਗੇ ਨਾ ਜਾਵੇ। ਜਿਹੜੀ ਵੀ ਮੇਰੀ ਪਰਟੀਕੂਲਰ ਰੀਡਿੰਗ ਹੈਗੀ ਉੱਥੇ ਡਿਸਕ ਜਾਂ ਪੁਆਇੰਟਰ ਮੇਰਾ ਜਿਹੜਾ ਜਾ ਕੇ ਰੁਕ ਜਾਵੇ। ਨੈਕਸਟ ਮੇਰੇ ਕੋਲ ਆ ਜਾਂਦਾ ਬ੍ਰੇਕ ਮੈਗਨੇਟ। ਹੁਣ ਬ੍ਰੇਕ ਮੈਗਨੇਟ ਆ ਦੇਖੋ, ਆਹ ਲੋਕੇਸ਼ਨ ਆ ਬ੍ਰੇਕ ਮੈਗਨੇਟ ਦੀ। ਬ੍ਰੇਕ ਮੈਗਨੇਟ ਜਿਹੜਾ ਹੁੰਦਾ ਡਿਸਕ ਦੇ ਆਪਾਂ ਲਾਇਆ ਹੁੰਦਾ ਉੱਪਰ। ਸੋ ਬ੍ਰੇਕ ਮੈਗਨੇਟ ਜਿਹੜਾ ਹੁੰਦਾ ਇਹ ਡੈਂਪਿੰਗ ਟਾਰਕ ਜਿਹੜਾ ਹੁੰਦਾ ਉਹ ਪ੍ਰੋਵਾਈਡ ਕਰਨ ਵਾਸਤੇ ਹੁੰਦਾ ਆ, ਤਾਂ ਕਿ ਜਿਹੜੀ ਮੇਰੀ ਡਿਸਕ ਆ ਉਹਦੀ ਸਪੀਡ ਜਿਹੜੀ ਆ ਜ਼ਿਆਦਾ ਇਨਕਰੀਜ਼ ਨਾ ਹੋਵੇ ਇੱਕ ਪਰਟੀਕੂਲਰ ਵੈਲਿਊ ਤੋਂ, ਕਿਉਂਕਿ ਜੇ ਪਰਟੀਕੂਲਰ ਵੈਲਿਊ ਤੋਂ ਸਪੀਡ ਇਹਦੀ ਇਨਕਰੀਜ਼ ਹੋ ਗਈ ਤਾਂ ਰੀਡਿੰਗ ਜਿਹੜੀ ਆ ਉਹ ਖਰਾਬ ਹੋ ਜੂਗੀ। ਇਹ ਜਿਹੜਾ ਪਾਰਟ ਆ ਇਹ ਆਪਣਾ ਐਨਰਜੀ ਮੀਟਰ ਵਿੱਚ ਵੀ ਯੂਜ਼ ਹੁੰਦਾ। ਸੋ ਬ੍ਰੇਕ ਮੈਗਨੇਟ ਕੀ ਹੁੰਦਾ, ਬ੍ਰੇਕ ਮੈਗਨੇਟ ਇਜ਼ ਅ ਪਰਮਾਨੈਂਟ ਮੈਗਨੇਟ ਪਲੇਸਡ ਨੀਅਰ ਦਾ ਐਜ ਆਫ ਐਲੂਮੀਨੀਅਮ ਡਿਸਕ ਐਂਡ ਇਜ਼ ਯੂਜ਼ਡ ਟੂ ਪ੍ਰੋਵਾਈਡ ਡੈਂਪਿੰਗ ਟਾਰਕ। ਪਰਮਾਨੈਂਟ ਮੈਗਨੇਟ ਹੁੰਦਾ ਜਿਹਨੂੰ ਆਪਾਂ ਕੀ ਆ ਐਲੂਮੀਨੀਅਮ ਡਿਸਕ ਦੇ ਐਜ ਦੇ ਉੱਪਰ ਲਗਾਉਂਦੇ ਆ, ਹਮੇਸ਼ਾ ਸੈਂਟਰ 'ਚ ਨਹੀਂ ਲਗਾਉਂਦੇ, ਕਿਉਂਕਿ ਜੇ ਸੈਂਟਰ 'ਚ ਲਗਾ ਦਈਏ ਤਾਂ ਜਿਹੜੀ ਡਿਸਕ ਆ ਤੇਜ਼ ਰੋਟੇਟ ਕਰੂਗੀ। ਇਸ ਕਰਕੇ ਆਪਾਂ ਜਿੰਨਾ ਬਾਹਰ ਹੋ ਸਕੇ ਉਨਾ ਬਾਹਰ ਲਾਉਂਦੇ ਆ, ਕਾਰਨਰ 'ਤੇ ਲਗਾਉਂਦੇ ਆ ਬ੍ਰੇਕਿੰਗ ਮੈਗਨੇਟ ਨੂੰ, ਤਾਂ ਕਿ ਸੋ ਕਰਦੇ ਕਿ ਇਹਦੇ ਨਾਲ ਆਪਾਂ ਡੈਂਪਿੰਗ ਟਾਰਕ ਨੂੰ ਆਪਾਂ ਪ੍ਰੋਵਾਈਡ ਕਰਵਾਉਂਦੇ ਹਾਂ। ਸੋ ਵੈਨ ਡਿਸਕ ਮੂਵਸ ਇਨ ਪਰਮਾਨੈਂਟ ਮੈਗਨੇਟ ਫਲਕਸ ਇਜ਼ ਕੱਟ ਐਂਡ ਐਡੀ ਕਰੰਟ ਆਰ ਇੰਡਿਊਸ ਇਨ ਡਿਸਕ, ਠੀਕ ਹੈ। ਸੋ ਜਦੋਂ ਵੀ ਡਿਸਕ ਜਿਹੜੀ ਆ ਮੂਵ ਹੁੰਦੀ ਆ, ਪਰਮਾਨੈਂਟ ਮੈਗਨੇਟ ਵੀ ਕੀ ਕਰਦਾ, ਇਹ ਵੀ ਆਪਣਾ ਇੱਕ ਐਡੀ ਕਰੰਟ ਇੰਡਿਊਸ ਕਰ ਦਿੰਦਾ, ਕਿਉਂਕਿ ਇਹਦਾ ਵੀ ਆਪਣਾ ਇੱਕ ਫੀਲਡ ਹੁੰਦਾ ਨਾ, ਉਹ ਫੀਲਡ ਜਦੋਂ ਡਿਸਕ ਨਾਲ ਟੱਚ ਕਰਨਾ ਤਾਂ ਇਹਦੇ ਵਿੱਚ ਕੀ ਆ ਐਡੀ ਕਰੰਟ ਜਿਹੜਾ ਆ ਉਹ ਪ੍ਰੋਡਿਊਸ ਹੋ ਜਾਣਾ। ਸੋ ਜਿਹੜਾ ਐਡੀ ਕਰੰਟ ਜਿਹੜਾ ਆ ਡਿਸਕ ਦੇ ਵਿੱਚ ਪ੍ਰੋਡਿਊਸ ਹੋਇਆ ਆ, ਹੁਣ ਲੈਂਜ਼ਸ ਲਾਅ ਦੇ ਅਕੋਰਡਿੰਗ ਉਹਨੇ ਕੀ ਕਰਨਾ, ਇਹਨੂੰ ਵੀ ਅਪੋਜ਼ ਕਰਨਾ,
ਲੈਂਜ਼ਸ ਲੌ ਕੀ ਹੁੰਦਾ ਵੀ ਜਿਹੜੇ ਕੌਜ਼ ਨੇ ਉਹਨੂੰ ਬਣਾਇਆ ਉਹਨੂੰ ਹੀ ਅਪੋਜ਼ ਕਰਦਾ। ਸੋ ਹੁਣ ਬ੍ਰੇਕਿੰਗ ਮੈਗਨੇਟ ਜਿਹੜਾ ਆ, ਬ੍ਰੇਕਿੰਗ ਮੈਗਨੇਟ ਦੇ ਫੀਲਡ ਨੇ ਇਹਦੇ ਵਿੱਚ ਐਡੀ ਕਰੰਟ ਬਣਾਇਆ, ਅਤੇ ਜਿਹੜਾ ਐਡੀ ਕਰੰਟ ਬਣਿਆ ਉਹਨੇ ਇਹਦੇ ਫੀਲਡ ਨੂੰ ਅਪੋਜ਼ ਵੀ ਤਾਂ ਕਰਨਾ ਨਾ, ਜਿਹਦੇ ਕਰਕੇ ਕੀ ਹੋਣਾ ਆ, ਜਿਹੜੀ ਮੇਰੀ ਡਿਸਕ ਦੀ ਸਪੀਡ ਆ ਨਾ ਉਹ ਕੰਟਰੋਲ 'ਚ ਆ ਜਾਣੀ ਆ। ਡਿਸਕ ਦੀ ਸਪੀਡ ਜਿਹੜੀ ਆ ਬਹੁਤ ਜ਼ਿਆਦਾ ਤੇਜ਼ ਨਹੀਂ ਹੋਣੀ। ਸੋ ਸਿੰਸ ਦਾ ਇੰਡਿਊਸਡ ਕਰੰਟ ਆਰ ਪ੍ਰੋਪੋਰਸ਼ਨਲ ਟੂ ਸਪੀਡ ਆਫ ਦਾ ਡਿਸਕ, ਸੋ ਡੈਂਪਿੰਗ ਟਾਰਕ ਵਿਲ ਆਲਸੋ ਵੀ ਪ੍ਰੋਪੋਰਸ਼ਨਲ ਟੂ ਦਾ ਸਪੀਡ। ਮੀਨਸ quicker the deflection, more the damping torque, slower deflection means smaller damping, यानी कि जिन्नी तेज़ डिस्क रोटेट करूगी उन्ना ही ज़्यादा जिहड़ा है डैंपिंग टॉर्क लगूगा, तो जिन्नी घट रोटेट करूगी उन्ना ही जिहड़ा है स्मॉलर डैंपिंग टॉर्क लगूगा। वर्किंग जिहड़ी है इहदी बहुत सिंपल आ, जिद्दां आपां प्रिंसीपल दे विच समझिया सीगा उदां ही इहदी वर्किंग हुंदी आ। सो हुंदा की एक्चुअल च ਜਦੋਂ ਆਪਾਂ ਏਸੀ ਸਪਲਾਈ ਦਿੰਦੇ ਆ, ਇੱਥੇ ਫੇਸ ਦਿੱਤਾ, ਇੱਥੇ ਨਿਊਟਰਲ ਦਿੱਤਾ ਆਪਾਂ, ਠੀਕ ਆ। ਸੋ ਇੱਥੋਂ ਕੀ ਹੋਇਆ, ਦੇਖੋ ਸਪਲਾਈ ਆਈ ਪ੍ਰੈਸ਼ਰ ਕੋਇਲ ਦੇ ਵਿੱਚ ਗਈ, ਠੀਕ ਆ। ਪ੍ਰੈਸ਼ਰ ਕੋਇਲ ਤੋਂ ਕੀ ਆ ਵਾਪਸ ਆ ਗਈ। ਸੋ ਪ੍ਰੈਸ਼ਰ ਕੋਇਲ ਜਿਹੜੀ ਆ ਇਹਦੇ ਵਿੱਚ ਜਿਹੜਾ ਕਰੰਟ ਹੋਊਗਾ ਉਹ ਕੀ ਹੋਊਗਾ 90 ਡਿਗਰੀ ਸਪਲਾਈ ਵੋਲਟੇਜ ਨੂੰ ਲੈ ਕਰੂਗਾ, ਜਿਹਦੇ ਕਰਕੇ ਇਹਦੀ ਇੰਡਕਟੈਂਸ ਜਿਹੜੀ ਆ ਬਹੁਤ ਜ਼ਿਆਦਾ ਹੋ ਜਾਣੀ ਆ, ਠੀਕ ਆ। ਸੋ ਇਹਨੇ ਕੀ ਕਰਨਾ, ਇਹਨੇ ਆਪਣਾ ਇੱਕ ਫਲਕਸ ਪ੍ਰੋਡਿਊਸ ਕਰ ਦੇਣਾ, ਮੇਨ ਫਲਕਸ ਜਿਹੜਾ ਉਹ ਪ੍ਰੋਡਿਊਸ ਕਰਨਾ। ਸੋ ਉਹ ਫਲਕਸ ਜਿਹੜਾ ਉਹ ਡਿਸਕ ਨਾਲ ਲਿੰਕ ਕਰਨਾ। ਸੋ ਇਹ ਜਿਹੜੇ ਐਕਚੁਅਲ ਦੇ ਵਿੱਚ ਪਾਰਟ ਬੜੇ ਕਲੋਜ਼ ਹੁੰਦੇ, ਇੱਥੇ ਡਾਇਗਰਾਮ ਦੇ ਵਿੱਚ ਦੂਰ ਦੂਰ ਸ਼ੋ ਕੀਤੇ ਆ। ਸੋ ਇਹਦਾ ਜਿਹੜਾ ਫਲਕਸ ਹੋਊਗਾ ਉਹਨੇ ਕੀ ਕਰਨਾ, ਡਿਸਕ ਦੇ ਨਾਲ ਲਿੰਕ ਕਰਨਾ। ਸਿਮਿਲਰਲੀ ਜਿਹੜਾ ਕਰੰਟ ਆ ਵਾਪਸ ਇੱਥੋਂ ਵੀ ਜਿਹੜਾ ਲੋਡ ਕਰੰਟ ਆ ਉਹ ਕਰੰਟ ਕੋਇਲ ਦੇ ਵਿੱਚੋਂ ਫਲੋ ਕਰਨਾ, ਠੀਕ ਆ। ਸੋ ਜਦੋਂ ਕਰੰਟ ਕੋਇਲ 'ਚੋਂ ਫਲੋ ਕੀਤਾ ਉਹ ਡਿਪੈਂਡ ਕਰਦਾ ਕਰੰਟ, ਜੇ ਲੋਡ ਜ਼ਿਆਦਾ ਤਾਂ ਕਰੰਟ ਜ਼ਿਆਦਾ ਹੋਊਗਾ, ਜੇ ਲੋਡ ਘੱਟ ਆ ਤਾਂ ਕਰੰਟ ਘੱਟ ਹੋਊਗਾ। ਬਟ ਜਿਹੜਾ ਵੀ ਹੋਊਗਾ ਉਹ ਕਰੰਟ ਜਿਹੜਾ ਉਹਨੇ ਵੀ ਆਪਣਾ ਮੈਗਨੈਟਿਕ ਫੀਲਡ ਬਣਾਉਣਾ। ਮੰਨ ਲਓ φSE ਬਣਾਉਂਦਾ ਉਹ ਆਪਣਾ ਮੈਗਨੈਟਿਕ ਫੀਲਡ, ਠੀਕ ਆ। ਸੋ φSE ਜਿਹੜਾ ਆ ਉਹ ਵੀ ਇਹਨੇ ਡਿਸਕ ਨਾਲ ਲਿੰਕ ਕਰਨਾ, ਅਤੇ ਜਿਹੜਾ φ ਆਪਣਾ M ਆ ਯਾਨੀ ਕਿ ਮੇਨ ਫੀਲਡ ਆ ਉਹਨੇ ਵੀ ਕੀ ਕਰਨਾ, ਡਿਸਕ ਦੇ ਨਾਲ ਲਿੰਕ ਕਰਨਾ। ਹੁਣ ਦੇਖੋ ਇੱਥੇ ਦੋ ਫਲਕਸ ਆ ਗਏ ਆ, ਠੀਕ ਆ। ਦੋ ਫਲਕਸ ਆ ਗਏ। ਹੁਣ ਜਿਹੜਾ ਦੋ ਫਲਕਸ ਦਾ ਆਪਸ 'ਚ ਡਿਫਰੈਂਸ ਹੋਣਾ ਨਾ, ਉਹ ਡਿਫਰੈਂਸ ਨੇ ਹੀ ਡਿਸਕ ਨੂੰ ਜਿਹੜਾ ਆ ਉਹਦੇ ਵਿੱਚ ਆਪਣਾ ਡਿਫਲੈਕਟਿੰਗ ਟਾਰਕ ਪ੍ਰੋਡਿਊਸ ਕਰਨਾ। ਕਿਉਂਕਿ ਦੇਖੋ ਇਹਨੇ ਕੀ ਆਪਣਾ ਫਲਕਸ ਨੇ ਕੀ ਕੀਤਾ, ਇਹਦੇ ਵਿੱਚ EMF ਇੰਡਿਊਸ ਕੀਤੀ, ਜਿਹਦੇ ਕਰਕੇ ਇਹ 'ਚ ਐਡੀ ਕਰੰਟ ਬਣ ਗਿਆ। ਇਹਨੇ ਕੀ ਕਰਨਾ, ਇਹਨੇ ਵੀ ਫਲਕਸ ਪ੍ਰੋਡਿਊਸ ਕੀਤਾ, ਜਿਹਦੇ ਕਰਕੇ ਐਡੀ ਕਰੰਟ ਬਣ ਗਿਆ। ਸੋ ਇਹਨੇ ਵੀ ਅਪੋਜ਼ ਕਰਨਾ, ਇੱਧਰੋਂ ਵੀ ਨੂੰ ਆਪੋਜੀਸ਼ਨ ਮਿਲਣੀ, ਜਿਹਦੇ ਕਰਕੇ ਕੀ ਆ ਮੇਰਾ ਡਿਫਲੈਕਟਿੰਗ ਟਾਰਕ ਪ੍ਰੋਡਿਊਸ ਹੋਣਾ ਡਿਸਕ 'ਚ, ਅਤੇ ਡਿਸਕ ਜਿਹੜੀ ਆ ਮੇਰੀ ਰੋਟੇਟ ਹੋਣ ਲੱਗ ਪੈਣੀ ਆ ਕਲੋਕਵਾਈਜ਼ ਜਾਂ ਐਂਟੀ ਕਲੋਕਵਾਈਜ਼ ਕਰੰਟ ਦੀ ਜਿੱਧਰ ਵੀ ਡਾਇਰੈਕਸ਼ਨ ਹੋਈ। ਉਸ ਤੋਂ ਬਾਅਦ 'ਚ ਬਾਹਰ ਬ੍ਰੇਕ ਮੈਗਨੇਟ ਲੱਗਾ ਆ, ਠੀਕ ਆ। ਬ੍ਰੇਕ ਮੈਗਨੇਟ ਨੇ ਆਪਣਾ ਜਿਹੜਾ EMF ਇਹਦੇ ਵਿੱਚ ਇੱਕ ਅਲੱਗ ਪ੍ਰੋਡਿਊਸ ਕਰ ਦੇਣੀ ਹੈ EMF, ਕਿਉਂਕਿ ਪਰਮਾਨੈਂਟ ਮੈਗਨੇਟ ਆ ਨਾ, ਇਹਨੇ ਇੱਕ ਆਪਣੀ EMF ਇੰਡਿਊਸ ਕਰ ਦੇਣੀ ਆ। ਇਹਦੇ ਵਿੱਚ ਉਹ EMF ਕਰਕੇ ਵੀ ਐਡੀ ਕਰੰਟ ਬਣ ਜਾਂਦਾ। ਐਡੀ ਕਰੰਟ ਨੇ ਕੀ ਕਰਨਾ, ਇਹਨੂੰ ਅਪੋਜ਼ ਕਰਨਾ ਬ੍ਰੇਕ ਮੈਗਨੇਟ ਦੇ ਫੀਲਡ ਨੂੰ, ਅਤੇ ਡਿਸਕ ਜਿਹੜਾ ਉੱਥੇ ਆਪਾਂ ਨੂੰ ਡੈਂਪਿੰਗ ਟਾਰਕ ਮਿਲ ਜਾਣਾ, ਜਿਹੜੀ ਡਿਸਕ ਆ ਉਹ ਜ਼ਿਆਦਾ ਤੇਜ਼ ਨਹੀਂ ਰੋਟੇਟ ਹੋਊਗੀ। So when wattmeter is connected in circuit, the current coil carries load current and pressure coil carries the current proportional to supply voltage। ਤੁਹਾਨੂੰ ਦੱਸਿਆ ਹੀ ਆ ਕਿ ਕਰੰਟ ਕੋਇਲ 'ਚ ਲੋਡ ਕਰੰਟ ਹੋਣਾ, ਅਤੇ ਇਹਦੇ ਵਿੱਚ ਕਰੰਟ ਹੋਣਾ ਵੋਲਟੇਜ ਦੇ ਪ੍ਰੋਪੋਰਸ਼ਨਲ, ਜਿੰਨੀ ਵੋਲਟੇਜ ਕੌਨਸਟੈਂਟ ਹੀ ਰਹਿਣਾ ਕਰੰਟ, ਕਿਉਂਕਿ ਵੋਲਟੇਜ ਕੌਨਸਟੈਂਟ ਤਾਂ ਕਰੰਟ ਵੀ ਕੌਨਸਟੈਂਟ ਰਹਿਣਾ। The magnetic field produced by series magnet is in phase with line current and magnetic field produced by shunt magnet is in quadrature with the applied voltage। ਕਿਉਂ ਰਹਿਣਾ ਕੁਆਡਰੇਚਰ, ਕਿਉਂ ਰਹਿਣਾ, ਕਿਉਂਕਿ ਇਹਦੀ ਇੰਡਕਟੈਂਸ ਜਿਹੜੀ ਹੈ ਕੋਇਲ ਦੀ ਬਹੁਤ ਜ਼ਿਆਦਾ ਆ, ਕਾਪਰ ਸ਼ੇਡਿੰਗ ਬੈਂਡ ਵੀ ਲੱਗਾ ਹੋਇਆ, ਅਤੇ ਇਹਦੀਆਂ ਨੰਬਰ ਆਫ ਟਰਨਸ ਵੀ ਬਹੁਤ ਜ਼ਿਆਦਾ। ਸੋ ਦਸ ਦੇਰ ਇਜ਼ ਫੇਸ ਡਿਫਰੈਂਸ ਐਗਜ਼ਿਸਟ ਬਿਟਵੀਨ ਦ ਫਲਕਸਿਸ produced by two coil due to which it gives disc ਆ ਡਿਫਲੈਕਟਿੰਗ ਟਾਰਕ। ਹੁਣ ਦੇਖੋ ਤੁਹਾਨੂੰ ਉਹ ਵੀ ਦੱਸਿਆ ਸੀ ਮੈਂ, ਦੋ ਜਿਹੜੇ ਫਲਕਸ ਪ੍ਰੋਡਿਊਸ ਹੋਏ ਆ ਇਹਨਾਂ ਦੇ ਵਿੱਚ ਕੀ ਆ, ਬਹੁਤ ਜ਼ਿਆਦਾ ਫੇਸ ਡਿਫਰੈਂਸ ਹੋਊਗਾ, ਕਿਉਂਕਿ ਦੇਖੋ ਇਹਦੀ ਇੰਡਕਟੈਂਸ ਜਿਹੜੀ ਆ ਬਹੁਤ ਜ਼ਿਆਦਾ, ਇਹਦੀ ਇੰਡਕਟੈਂਸ ਇੰਨੀ ਜ਼ਿਆਦਾ ਹੈ ਨਹੀਂ ਗੀ। ਸੋ ਜਿਹੜਾ ਫਲਕਸ ਪ੍ਰੋਡਿਊਸ ਹੋਣਾ ਉਹਨਾਂ ਦੇ ਵਿੱਚ ਵੀ ਡਿਫਰੈਂਸ ਹੋਣਾ। ਸੋ ਫਲਕਸ ਦਾ ਡਿਫਰੈਂਸ ਆ ਗਿਆ ਤਾਂ ਉਹਦੇ ਅਕੋਰਡਿੰਗ ਕੀ ਆ, ਜਿਹੜੀ ਵਿੱਚ EMF ਇੰਡਿਊਸ ਹੋਈ ਆ, ਠੀਕ ਆ, ਉਹਦੇ ਵਿੱਚ ਐਡੀ ਕਰੰਟ ਇੰਡਿਊਸ ਹੋਣਾ, ਅਤੇ ਜਦੋਂ ਉਹਨਾਂ ਨੇ ਕੀ ਕਰਨਾ, ਮੇਨ ਫੀਲਡ ਨੂੰ ਅਪੋਜ਼ ਕਰਨਾ ਹੈ, ਤਾਂ ਜਿਹੜੀ ਡਿਸਕ ਆ ਇਹਨੇ ਰੋਟੇਟ ਹੋਣਾ ਸਟਾਰਟ ਹੋ ਜਾਣਾ। ਸੋ ਹੁਣ ਨੈਕਸਟ ਐਡਵਾਂਟੇਜ ਦੀ ਜੇ ਆਪਾਂ ਗੱਲ ਕਰੀਏ ਤਾਂ ਇੰਡਕਸ਼ਨ ਟਾਈਪ ਵਾਟਮੀਟਰ ਦਾ ਜਿਹੜਾ ਐਡਵਾਂਟੇਜ ਆ ਉਹ ਇਹ ਆ ਕਿ ਇੰਡਕਸ਼ਨ ਟਾਈਪ ਵਾਟਮੀਟਰ ਦਾ ਲੌਂਗ ਸਕੇਲ ਹੁੰਦਾ, ਯਾਨੀ ਕਿ ਇਹਨੂੰ ਆਪਾਂ ਕੀ ਆ ਜ਼ਿਆਦਾ ਲੰਬੇ ਜਾਂ ਜ਼ਿਆਦਾ ਆਪਾਂ ਇਹਦੇ ਨਾਲ ਕੀ ਆ ਮੇਅਰਮੈਂਟ ਜ਼ਿਆਦਾ ਪਾਵਰ ਤੱਕ ਕਰ ਸਕਦੇ ਹਾਂ। ਯਾਨੀ ਕਿ ਜਿੱਦਾਂ ਆਪਣਾ ਇੱਕ ਵੋਲਟ ਮੀਟਰ ਦੀ ਐਗਜ਼ਾਮਪਲ ਲਈਏ ਤਾਂ ਉਹਦੀ ਲਿਮਿਟ ਹੁੰਦੀ ਆ ਕਿ ਉਹਨੂੰ ਆਪਾਂ 0 ਤੋਂ ਲੈ ਕੇ ਤੇ 100 ਵੋਲਟ ਤੱਕ ਯੂਜ਼ ਕਰਨਾ, 0 ਤੋਂ 200 ਤੱਕ ਯੂਜ਼ ਕਰਨਾ। ਉੱਦਾਂ ਹੀ ਆਪਾਂ ਇਹਦੇ ਨਾਲ ਕੀ ਆ ਜ਼ਿਆਦਾ ਯੂਨਿਟਸ ਜਿਹੜੇ ਆ ਉਹ ਆਪਾਂ ਮੇਅਰ ਕਰ ਸਕਦੇ ਹਾਂ, ਜ਼ਿਆਦਾ ਯੂਨਿਟਸ ਜਿਹੜੇ ਆ ਇਹਦੇ ਸਕੇਲ ਦੇ ਵਿੱਚ ਜਿਹੜੇ ਆ ਨੋਟ ਹੋ ਸਕਦੇ, ਜਿਹਦੇ ਨਾਲ ਆਪਾਂ ਇੱਕੋ ਮੀਟਰ ਨਾਲ ਜ਼ਿਆਦਾ ਰੇਂਜ ਤੱਕ ਆਪਾਂ ਜਿਹੜਾ ਰੀਡਿੰਗ ਲੈ ਸਕਦੇ ਹਾਂ। ਮੀਨ ਕਿ ਲੌਂਗ ਸਕੇਲ ਮਗਰ ਜ਼ਿਆਦਾ ਰੇਂਜ ਤੱਕ ਆਪਾਂ ਰੀਡਿੰਗ ਲੈ ਸਕਦੇ ਹਾਂ। ਬਾਕੀ ਇਹਦੇ ਵਿੱਚ ਕੋਈ ਵੀ ਸਟ੍ਰੇ ਮੈਗਨੈਟਿਕ ਫੀਲਡ ਵੀ ਨਹੀਂ ਹੁੰਦਾ, ਠੀਕ ਆ, ਜਿਹਦੇ ਕਰਕੇ ਕੀ ਆ ਇਹਦੇ ਵਿੱਚ ਇਫੈਕਟਿਵਲੀ ਜਿਹੜਾ ਆ ਆਪਣਾ ਡੈਂਪਿੰਗ ਟਾਰਕ ਜਿਹੜਾ ਆਪਾਂ ਅਚੀਵ ਕਰ ਸਕਦੇ ਹਾਂ। ਅਤੇ ਇਹਦਾ ਜਿਹੜਾ ਸਕੇਲ ਹੁੰਦਾ ਉਹ ਵੀ ਯੂਨੀਫਾਰਮ ਹੁੰਦਾ, ਯਾਨੀ ਕਿ ਯੂਨੀਫਾਰਮ ਸਕੇਲ ਦਾ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ। ਸੋ ਯੂਨੀਫਾਰਮ ਸਕੇਲ ਹੁੰਦਾ ਇਹਦਾ, ਅਤੇ ਲੌਂਗ ਸਕੇਲ ਵੀ ਹੁੰਦਾ, ਠੀਕ ਆ। ਅਤੇ ਬਾਕੀ ਸਟ੍ਰੇ ਫੀਲਡ ਦਾ ਵੀ ਕੋਈ ਇਫੈਕਟ ਨਹੀਂ। ਦੱਸੋ ਤਿੰਨ ਇਹਦੇ ਐਡਵਾਂਟੇਜ ਆ ਮੇਨ।
ਨੈਕਸਟ ਮੇਰੇ ਕੋਲ ਆਉਂਦਾ ਡਿਸਐਡਵਾਂਟੇਜ। ਸੋ ਡਿਸਐਡਵਾਂਟੇਜ ਦਾ ਇਹੀ ਹੈ ਕਿ ਕੋਸਟਲੀ ਹੁੰਦੇ ਆ ਜਿਹੜੇ ਇਹ ਇਕਵਿਪਮੈਂਟ ਹੁੰਦੇ, ਕਿਉਂਕਿ ਇਹਦੇ ਵਿੱਚ ਪਹਿਲਾਂ ਤਾਂ ਕਾਪਰ ਦਾ ਬਹੁਤ ਜ਼ਿਆਦਾ ਯੂਜ਼ ਹੁੰਦਾ, ਠੀਕ ਆ। ਦੂਸਰਾ ਇਹਦੀ ਕੰਸਟਰਕਸ਼ਨ ਜਿਹੜੀ ਹੁੰਦੀ ਆ ਉਹ ਕੰਪਲੀਕੇਟਡ ਹੁੰਦੀ ਥੋੜ੍ਹੀ ਜਿਹੀ, ਜਿਹਦੇ ਕਰਕੇ ਇਹਦੀ ਜਿਹੜੀ ਕੋਸਟ ਹੁੰਦੀ ਉਹ ਜ਼ਿਆਦਾ ਹੁੰਦੀ ਆ। ਬਾਕੀ ਸੈਕਿੰਡ ਡਿਸਐਡਵਾਂਟੇਜ ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਸਿਰਫ ਏਸੀ 'ਤੇ ਹੀ ਆਪਾਂ ਯੂਜ਼ ਕਰ ਸਕਦੇ ਹਾਂ, ਕਿਉਂਕਿ ਇੰਡਕਸ਼ਨ ਜਿਹੜੀ ਹੁੰਦੀ ਏਸੀ ਦੇ ਕੇਸ ਦੇ ਵਿੱਚ ਮਿਊਚੁਅਲ ਇੰਡਕਸ਼ਨ 'ਤੇ ਬੇਸਿਕਲੀ ਕੰਮ ਕਰਦਾ। ਮਿਊਚੁਅਲ ਇੰਡਕਸ਼ਨ ਜਿਹੜੀ ਹੁੰਦੀ ਉਹ ਏਸੀ ਦੇ ਕੇਸ 'ਚ ਹੁੰਦੀ, ਕਿਉਂਕਿ ਏਸੀ ਹੋਊਗੀ ਤਾਂ ਅਲਟਰਨੇਟਿੰਗ ਫਲਕਸ ਪ੍ਰੋਡਿਊਸ ਹੋਊਗਾ, ਜੇ ਡੀਸੀ ਹੋਊਗੀ ਤਾਂ ਆਪਣੇ ਕੋਲ ਕੀ ਹੈ ਸੈਲਫ ਇੰਡਕਟੈਂਸ ਹੁੰਦੀ ਆ, ਉੱਥੇ ਸੈਲਫ ਇੰਡਿਊਸਡ EMF ਪ੍ਰੋਡਿਊਸ ਹੋ ਜਾਣੀ ਆ ਉੱਥੇ, ਜਿਹਦੇ ਕਰਕੇ ਵਾਈਂਡਿੰਗ ਸੜ ਜਾਣੀਆਂ ਨੇ। ਸੋ ਆਪਾਂ ਨੂੰ ਚਾਹੀਦੀ ਅਲਟਰਨੇਟਿੰਗ, ਸੋ ਅਲਟਰਨੇਟਿੰਗ ਏਸੀ ਦੇ ਕੇਸ 'ਚ ਹੋਊਗਾ। ਬਾਕੀ ਚੇਂਜ ਆਫ ਫਰੀਕੁਐਂਸੀ ਮੇ ਕਾਜ਼ ਸਮ ਐਰਰ, ਬਿਲਕੁਲ ਜੇ ਆਪਣੀ ਫਰੀਕੁਐਂਸੀ ਚੇਂਜ ਹੋ ਗਈ ਤਾਂ ਉਹਦੇ ਨਾਲ ਕੀ ਆ ਜਿਹੜਾ ਮੇਰਾ ਫਲਕਸ ਪ੍ਰੋਡਿਊਸ ਹੋ ਰਿਹਾ ਆ ਉਹਦੀ ਵੀ ਵੈਲਿਊ ਵੀ ਜਿਹੜੀ ਆ ਚੇਂਜ ਹੋਣੀ, ਜਿਹਦੇ ਕਰਕੇ ਡਿਸਕ ਦੀ ਸਪੀਡ ਜਿਹੜੀ ਆ ਘੱਟ ਜਾਂ ਵੱਧ ਹੋ ਸਕਦੀ ਆ। ਬਾਕੀ ਇਹ ਜਿਹੜੇ ਇੰਸਟਰੂਮੈਂਟ ਹੁੰਦੇ ਆ ਟੈਂਪਰੇਚਰ ਨੂੰ ਵੀ ਸੈਂਸਿਟਿਵ ਹੁੰਦੇ ਆ, ਯਾਨੀ ਕਿ ਟੈਂਪਰੇਚਰ ਦੇ ਜਿਹੜਾ ਹੁੰਦਾ ਘੱਟ ਵੱਧ ਹੋਣ ਨਾਲ ਵੀ ਇਹਦੀ ਵਰਕਿੰਗ 'ਤੇ ਜਿਹੜਾ ਹੁੰਦਾ ਇਫੈਕਟ ਪੈਂਦਾ। ਬਾਕੀ ਬ੍ਰੇਕ ਮੈਗਨੇਟ ਦਾ ਯਾਦ ਰੱਖਿਓ ਥੋੜ੍ਹਾ, ਬ੍ਰੇਕ ਮੈਗਨੇਟ ਨੂੰ ਨਾ ਅੰਦਰ ਬਾਹਰ ਕਰਕੇ ਆਪਾਂ ਇਹਦੀ ਸਪੀਡ ਚੇਂਜ ਕਰ ਸਕਦੇ ਹਾਂ। ਜੇ ਮੈਂ ਬ੍ਰੇਕ ਮੈਗਨੇਟ ਨੂੰ ਅੰਦਰ ਨੂੰ ਕਰ ਦੂੰਗਾ ਤਾਂ ਕੀ ਹੋਣਾ, ਜਿਹੜਾ ਫਲਕਸ ਆ ਉਹ ਬਹੁਤ ਘੱਟ ਲਿੰਕ ਹੋਣਾ ਡਿਸਕ ਦੇ ਨਾਲ, ਠੀਕ ਹੈ। ਇਸ ਕਰਕੇ ਇਹਦੀ ਸਪੀਡ ਜਿਹੜੀ ਡਿਸਕ ਦੀ ਇਨਕਰੀਜ਼ ਹੋ ਜਾਣੀ, ਇਸੇ ਕਰਕੇ ਆਪਾਂ ਇਹਨੂੰ ਕਾਰਨਰ 'ਤੇ ਲਗਾਉਂਦੇ ਹੁੰਦੇ ਹਾਂ, ਤਾਂ ਕਿ ਜਿਹੜੀ ਸਪੀਡ ਹੈ ਡਿਸਕ ਦੀ ਆਪਣਾ ਜਿੰਨੀ ਕੁ ਆਪਾਂ ਨੂੰ ਮਤਲਬ ਕਿ ਚਾਹੀਦੀ ਆ ਕਿ ਹੋਵੇ ਉਨੀ ਕੁ ਆਪਾਂ ਅਚੀਵ ਕਰ ਸਕੀਏ, ਇਸ ਕਰਕੇ ਇਹਨੂੰ ਬਹੁਤਾ ਅੰਦਰਲੇ ਪਾਸੇ ਨਹੀਂ ਲਾਉਂਦੇ। ਸੋ ਲਾਸਟ ਤੁਸੀਂ ਦੇਖਿਆ ਹੋਣਾ ਕਈ ਵਾਰ ਜਿਹੜੇ ਪੁਰਾਣੇ ਮੀਟਰ ਹੁੰਦੇ ਸੀਗੇ ਨਾ ਗਰਾਰੀ ਵਾਲੇ ਮੀਟਰ, ਉਹਨਾਂ ਦੇ ਵਿੱਚ ਕੀ ਸੀ ਮੈਗਨੇਟ ਲਾ ਕੇ ਉਹਦੀ ਸਪੀਡ ਘਟਾ ਦਿੰਦੇ ਸੀ। ਸੋ ਐਕਚੁਅਲ ਦੇ ਵਿੱਚ ਜਦੋਂ ਆਪਾਂ ਮੈਗਨੇਟ ਲਾਉਂਦੇ ਸੀਗੇ ਨਾ, ਜਿਹੜਾ ਬ੍ਰੇਕਿੰਗ ਮੈਗਨੈਟਿਕ ਫੀਲਡ ਆ ਉਹ ਜ਼ਿਆਦਾ ਬਾਹਰ ਨੂੰ ਹੋ ਜਾਂਦੀ ਸੀ। ਜਦੋਂ ਬ੍ਰੇਕ ਮੈਗਨੇਟ ਥੋੜ੍ਹਾ ਬਾਹਰ ਨੂੰ ਜ਼ਿਆਦਾ ਹੋ ਜਾਂਦਾ ਸੀਗਾ ਤਾਂ ਉਹਦੇ ਕਰਕੇ ਕੀ ਹੁੰਦਾ ਸੀਗਾ, ਇਹਨੂੰ ਜਿਹੜੀ ਓਪੋਜੀਸ਼ਨ ਹੁੰਦੀ ਨਾ ਡਿਸਕ ਨੂੰ ਜ਼ਿਆਦਾ ਮਿਲਦੀ ਹੁੰਦੀ ਸੀ, ਜਿਹਦੇ ਕਰਕੇ ਕੀ ਹੁੰਦਾ ਸੀ ਮੇਰਾ ਜਿਹੜਾ ਮੀਟਰ ਹੁੰਦਾ ਸੀ ਉਹ ਸਲੋ ਹੋ ਜਾਂਦਾ ਸੀ, ਠੀਕ ਆ। ਉਹਦਾ ਇਹੀ ਵਜ੍ਹਾ ਹੁੰਦੀ ਸੀ ਕਿ ਮਤਲਬ ਕਾਫੀ ਵੱਡਾ ਆਪਾਂ ਨੂੰ ਮੈਗਨੇਟ ਲਾਉਣਾ ਪੈਂਦਾ ਸੀ ਮੀਟਰ ਨੂੰ ਸਲੋ ਕਰਨ ਵਾਸਤੇ, ਬਟ ਉਹ ਇਹੀ ਹੁੰਦਾ ਸੀਗਾ, ਉਹਦੇ ਪਿੱਛੇ ਵੀ ਜਿਹੜਾ ਬ੍ਰੇਕ ਮੈਗਨੇਟ ਦਾ ਕੰਸੈਪਟ ਹੀ ਹੁੰਦਾ ਸੀ। ਸੋ ਇਹ ਸੀਗਾ ਆਪਣਾ ਇੰਡਕਸ਼ਨ ਟਾਈਪ ਵਾਟਮੀਟਰ। ਇਹਨੂੰ ਦੁਬਾਰਾ ਵੀ ਸੁਣ ਲਿਓ ਤੁਸੀਂ, ਬਿਕੋਜ਼ ਇਹ ਅੱਗੇ ਐਨਰਜੀ ਮੀਟਰ ਦੇ ਵਿੱਚ ਵੀ ਵੈਸੇ ਤਾਂ ਆਪਾਂ ਕਰਨਾ ਹੀ ਆ। ਨੈਕਸਟ ਹੈਗਾ ਕੰਪੈਰੀਜ਼ਨ ਬਿਟਵੀਨ ਡਾਇਨਮੋਮੀਟਰ ਐਂਡ ਇੰਡਕਸ਼ਨ ਟਾਈਪ ਵਾਟਮੀਟਰ। ਸਭ ਤੋਂ ਪਹਿਲਾਂ ਜਿਹੜਾ ਇਹਦਾ ਡਿਫਰੈਂਸ ਆ ਉਹ ਤਾਂ ਇਹੀ ਆ ਕਿ ਡਾਇਨਮੋਮੀਟਰ ਜਿਹੜੇ ਇੰਸਟਰੂਮੈਂਟਸ ਹੁੰਦੇ ਆ ਇਹਨਾਂ ਨੂੰ ਆਪਾਂ AC ਅਤੇ DC ਦੋਨਾਂ ਦੇ ਉੱਪਰ ਯੂਜ਼ ਕਰ ਸਕਦੇ ਹਾਂ, ਬਟ ਜਿਹੜੇ ਇੰਡਕਸ਼ਨ ਟਾਈਪ ਹੁੰਦੇ ਉਹਨਾਂ ਨੂੰ ਆਪਾਂ ਸਿਰਫ AC ਸਿਸਟਮ 'ਤੇ ਹੀ ਯੂਜ਼ ਕਰ ਸਕਦੇ ਹਾਂ। ਬਾਕੀ ਜਿਹੜੇ ਡਾਇਨਮੋਮੀਟਰ ਟਾਈਪ ਇੰਸਟਰੂਮੈਂਟ ਹੁੰਦੇ ਆ ਇਹ ਐਕੂਰੇਟ ਜ਼ਿਆਦਾ ਹੁੰਦੇ ਆ, ਇੰਡਕਸ਼ਨ ਟਾਈਪ ਜਿਹੜੇ ਇੰਸਟਰੂਮੈਂਟ ਹੁੰਦੇ ਇਹਨੇ ਐਕੂਰੇਟ ਨਹੀਂ ਹੁੰਦੇ, ਬਿਕੋਜ਼ ਇਹਨਾਂ ਦੀ ਵਰਕਿੰਗ ਜਿਹੜੀ ਹੁੰਦੀ ਆ ਉਹ ਟੈਂਪਰੇਚਰ ਅਤੇ ਫਰੀਕੁਐਂਸੀ ਦੇ ਉੱਪਰ ਜਿਹੜੀ ਹੁੰਦੀ ਆ ਡਿਪੈਂਡ ਕਰਦੀ ਹੈ। ਜੇ ਟੈਂਪਰੇਚਰ ਚੇਂਜ ਆ ਜਾਂ ਫਰੀਕੁਐਂਸੀ ਚੇਂਜ ਆ ਇਹਨਾਂ ਦੀ ਵਰਕਿੰਗ ਜਿਹੜੀ ਹੈ ਇਫੈਕਟ ਹੋਊਗੀ, ਕਿਉਂਕਿ ਅਲਟਰਨੇਟਿੰਗ ਮੈਗਨੈਟਿਕ ਫੀਲਡ ਪ੍ਰੋਡਿਊਸ ਹੁੰਦਾ ਨਾ। ਸੋ ਜੇ ਫਰੀਕੁਐਂਸੀ ਜ਼ਿਆਦਾ ਤਾਂ ਅਲਟਰਨੇਟਿੰਗ ਮੈਗਨੈਟਿਕ ਫੀਲਡ ਵੀ ਚੇਂਜ ਹੋਣਾ, ਜਿਹਦੇ ਕਰਕੇ ਡਿਸਕ ਜਿਹੜੀ ਆ ਉਹ ਵੀ ਤੇਜ਼ ਰੋਟੇਟ ਕਰੂਗੀ। ਨੈਕਸਟ ਮੇਰੇ ਕੋਲ ਆ ਜਾਂਦਾ ਪਾਵਰ ਕੰਜ਼ੰਪਸ਼ਨ ਜਿਹੜੀ ਹੁੰਦੀ ਹੈ ਡਾਇਨਮੋਮੀਟਰ ਟਾਈਪ ਇੰਸਟਰੂਮੈਂਟ ਦੀ ਘੱਟ ਹੁੰਦੀ, ਬਟ ਇੰਡਕਸ਼ਨ ਟਾਈਪ ਦੀ ਜ਼ਿਆਦਾ ਹੁੰਦੀ। ਇੰਡਕਸ਼ਨ ਟਾਈਪ ਦੀ ਜ਼ਿਆਦਾ ਇਸ ਕਰਕੇ ਹੁੰਦੀ ਆ ਕਿਉਂਕਿ ਉਹਦੇ ਵਿੱਚ ਜਿਹੜਾ ਹੁੰਦਾ ਕੋਇਲਸ ਜਿਹੜੀਆਂ ਹੁੰਦੀਆਂ ਆਪਾਂ ਜ਼ਿਆਦਾ ਯੂਜ਼ ਕਰਦੇ ਹਾਂ, ਠੀਕ ਹੈ। ਜਿੱਦਾਂ ਸ਼ੰਟ ਮੈਗਨੇਟ 'ਚ ਵੀ ਕਰਦੇ ਹਾਂ, ਸੀਰੀਜ਼ ਮੈਗਨੇਟ 'ਚ ਵੀ ਕਰਦੇ ਹਾਂ, ਬਟ ਜੇ ਸ਼ੰਟ ਮੈਗਨੇਟ ਹੁੰਦਾ ਉਹਦੇ ਵਿੱਚ ਆਪਾਂ ਕਾਪਰ ਦਾ ਸ਼ੇਡਿੰਗ ਬੈਂਡ ਵੀ ਲਗਾਉਂਦੇ ਹਾਂ, ਜਿਹਦੇ ਕਰਕੇ ਕਰੰਟ ਜਿਹੜਾ ਹੁੰਦਾ ਲੈਗਿੰਗ ਹੋ ਜਾਂਦਾ। ਸੋ ਕਰੰਟ ਲੈਗ ਕਰਦਾ ਮਤਲਬ ਪਾਵਰ ਫੈਕਟਰ ਲੋ ਆ, ਜੇ ਪਾਵਰ ਫੈਕਟਰ ਲੋ ਆ ਤਾਂ ਇਟ ਮੀਨਸ ਐਫੀਸ਼ੀਐਂਸੀ ਨਹੀਂ ਵਧੀਆ, ਐਫੀਸ਼ੀਐਂਸੀ ਨਹੀਂ ਵਧੀਆ, ਇਟ ਮੀਨਸ ਕਿ ਉਹਦੇ ਵਿੱਚ ਪਾਵਰ ਕੰਜ਼ੰਪਸ਼ਨ ਜਿਹੜੀ ਹੋਊਗੀ ਉਹ ਜ਼ਿਆਦਾ ਹੋਊਗੀ। ਬਾਕੀ ਡਾਇਨਮੋਮੀਟਰ ਟਾਈਪ ਦਾ ਵੇਟ ਜਿਹੜਾ ਹੁੰਦਾ ਘੱਟ ਹੁੰਦਾ, ਬਟ ਇੰਡਕਸ਼ਨ ਟਾਈਪ ਦਾ ਵੇਟ ਜ਼ਿਆਦਾ ਹੁੰਦਾ, ਬਿਕੋਜ਼ ਜਿਹੜੀ ਸਟੈਂਪਿੰਗ ਹੁੰਦੀ ਹੈ ਜਾਂ ਕੋਰ ਹੁੰਦੀ ਦੋਨੋਂ ਮੈਗਨੇਟ ਦੀ, ਉਹ ਕੋਰ ਦਾ ਹੀ ਆਪਣੇ ਆਪ 'ਚ ਹੀ ਬਹੁਤ ਜ਼ਿਆਦਾ ਵੇਟ ਹੁੰਦਾ। ਉਸ ਤੋਂ ਬਾਅਦ ਉੱਪਰ ਕਾਪਰ ਦੀ ਵਾਈਂਡਿੰਗ ਵੀ ਆਪਾਂ ਕਰ ਦਿੰਦੇ ਹਾਂ। ਬਾਕੀ ਡਾਇਨਮੋਮੀਟਰ ਟਾਈਪ ਜਿਹੜਾ ਹੁੰਦਾ ਇਹਨਾਂ ਦਾ ਯੂਨੀਫਾਰਮ ਸਕੇਲ ਹੁੰਦਾ, ਜਿਹੜਾ ਇੰਡਕਸ਼ਨ ਟਾਈਪ ਇਹਨਾਂ ਦਾ ਯੂਨੀਫਾਰਮ ਤਾਂ ਹੁੰਦਾ ਹੀ ਹੁੰਦਾ, ਨਾਲ ਦੀ ਨਾਲ ਇਹਨਾਂ ਦਾ ਲੌਂਗ ਸਕੇਲ ਵੀ ਹੁੰਦਾ। ਨੈਕਸਟ ਡਾਇਨਮੋਮੀਟਰ ਟਾਈਪ ਇੰਸਟਰੂਮੈਂਟ ਜਿਹੜੇ ਹੁੰਦੇ ਆ ਇਹਨਾਂ ਦਾ ਵਰਕਿੰਗ ਟਾਰਕ ਜਿਹੜਾ ਹੁੰਦਾ ਨਾ ਵੀਕ ਹੁੰਦਾ, ਬਟ ਇੰਡਕਸ਼ਨ ਟਾਈਪ ਇੰਸਟਰੂਮੈਂਟ ਜਿਹੜੇ ਹੁੰਦੇ ਇਹਨਾਂ ਦਾ ਵਰਕਿੰਗ ਟਾਰਕ ਜਿਹੜਾ ਹੁੰਦਾ ਅੱਛਾ ਹੁੰਦਾ, ਵਧੀਆ ਤਰੀਕੇ ਦੇ ਨਾਲ ਜਿਹੜਾ ਇਹਨਾਂ ਦੀ ਡਿਸਕ ਆ ਰੋਟੇਟ ਕਰ ਸਕਦੀ ਹੈ। ਸੋ ਇਹ ਆਪਣੇ ਸੀਗੇ ਚੈਪਟਰ ਸੀਗਾ ਆਪਣਾ ਇਹ ਵਾਟਮੀਟਰ ਦਾ, ਜਿਹਦੇ ਵਿੱਚ ਆਪਾਂ ਦੋ ਮੇਨ ਵਾਟਮੀਟਰ ਸਟੱਡੀ ਕੀਤੇ ਆ, ਇੱਕ ਡਾਇਨਮੋਮੀਟਰ ਟਾਈਪ ਵਾਟਮੀਟਰ ਅਤੇ ਇੱਕ ਇੰਡਕਸ਼ਨ ਟਾਈਪ ਵਾਟਮੀਟਰ। ਸੋ ਇਹਦੇ ਤੁਸੀਂ ਨੋਟਸ ਵਗੈਰਾ ਆਪਣੇ ਟਾਈਮਲੀ ਬਣਾ ਲਿਓ। ਜੇ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਮੈਨੂੰ ਮੈਸੇਜ ਕਰ ਦਿਓ, ਅਤੇ ਅੱਗੇ ਹੁਣ ਆਪਾਂ ਜਿਹੜਾ ਐਨਰਜੀ ਮੀਟਰ ਵਾਲਾ ਚੈਪਟਰ ਜਿਹੜਾ ਉਹਨੂੰ ਸਟੱਡੀ ਕਰਾਂਗੇ। ਥੈਂਕ ਯੂ।